अकाल तख्त साहब वालों सरबत खालसा सद्दिया जाता है। ਉਹ ਕਹਿਣ ਵੀ ਇਸ ਮਸਲੇ ਉੱਤੇ ਗੱਲ ਨਹੀਂ ਅਸੀਂ ਕਰਨੀ, ਸ਼੍ਰੋਮਣੀ ਕਮੇਟੀ ਦੀ ਚੋਣ ਦੁਬਾਰਾ ਕਰਾਉਣ ਬਾਰੇ ਇਹ ਤਾਂ ਇਲੈਕਸ਼ਨ ਕਮਿਸ਼ਨ ਦਾ ਫੈਸਲਾ ਸੀ, ਇਸ ਬਾਰੇ ਸਰਬੱਤ ਖਾਲਸੇ ਦੇ ਵਿੱਚ ਕੋਈ ਗੱਲ ਨਹੀਂ ਕਰਨੀ ਚਾਹਾਂਗੇ। ਉੱਥੇ ਤਾਂ ਸਰਬੱਤ ਖਾਲਸੇ ਦੋ ਫਾਰ ਹੋ ਗਿਆ। ਰਬਿਸ਼ ਜਿਹੜੇ ਬੰਦੇ ਨੂੰ 5 ਸਾਲ ਦੇ ਲਿਮਿਟ ਤੇ ਹਾਊਸ ਨੇ ਨੋਮੀਨੇਟ ਕੀਤਾ, ਉਹਦੇ ਬਾਅਦ ਜਿਹੜੀ ਨੋਮੀਨੇਸ਼ਨ ਹੋਈ ਹੈ ਉਹਦੀ ਕਿੰਨੇ ਆਗਿਆ ਦਿੱਤੀ ਹੈ? ਕਿੰਨੇ ਆਗਿਆ ਦਿੱਤੀ ਹੈ? ਸੰਗਤ ਨੇ ਨਹੀਂ ਦਿੱਤੀ ਹੈਗੀ। ਇਹ ਸੈਂਟਰ ਦੇ ਸਰਕਾਰ ਨਾਲ ਜੁੜੇ ਹੋਏ ਬਾਦਲ ਪਰਿਵਾਰ ਨੇ ਲਿਫਾਫਿਆਂ ਚੋਂ ਕੱਢੀ ਹੈ। ਉਹਦੇ ਬਣਤਰ ਦੇ ਉੱਤੇ ਸਾਡਾ ਸਵਾਲ ਹੈ ਕਿ ਤੂੰ ਬਣਿਆ ਕਿਵੇਂ ਹੈ, ਤੂੰ ਆਪਣੇ ਆਪ ਨੂੰ ਕਹਾਉਂਦਾ ਕਿਵੇਂ ਹੈ? ਜੇ ਉੱਥੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਰਬੱਤ ਖਾਲਸੇ ਨੇ ਬਣਾਏ ਸੀਗੇ, ਉਹਨਾਂ ਨੂੰ ਤਾਂ ਪੁਲਿਸ ਨੇ ਫੜ ਕੁੱਟ ਤੁੰਨ ਕੇ ਜੇਲ੍ਹਾਂ 'ਚ ਪਾਇਆ ਹੋਇਆ, ਉੱਥੇ ਪਹੁੰਚਣ ਨਹੀਂ ਦਿੰਦੇ। 2016 ਦੇ ਵਿੱਚ ਚੱਪੇ ਤੇ ਜਿਹੜਾ ਸਰਬੱਤ ਖਾਲਸੇ ਦਾ ਇਕੱਠ ਸੱਦਿਆ ਗਿਆ, ਜਿਸ ਨੂੰ ਵਿਰੋਧੀ ਕਹਿੰਦੇ ਨੇ ਕਿ ਇੱਕ ਰਾਜਨੀਤਿਕ ਧਿਰਾਂ ਦਾ ਇਕੱਠ ਸੀ। ਉਸ ਇਕੱਠ ਦੇ ਵਿੱਚ ਜਿਨ੍ਹਾਂ ਨੂੰ ਜਥੇਦਾਰ ਥਾਪਿਆ ਗਿਆ, ਜੋ ਕਿੱਥੇ ਨੇ? ਮੈਂ ਤਾਂ ਆਪ ਪੁੱਛਦਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਕਿਉਂ ਲੱਗਦਾ ਹੈ ਕਿ ਸਰਬੱਤ ਖਾਲਸਾ ਸੱਦਿਆ ਜਾਣਾ ਚਾਹੀਦਾ? ਸਿੱਖਾਂ ਨੂੰ ਇਸ ਸਥਿਤੀ 'ਚ ਪਾਇਆ ਹੋਇਆ ਹੈ ਕਿ 40 ਸਾਲ ਹੋਣ ਲੱਗੇ 1984 ਨੂੰ, ਤੇ ਜਿਹੜਾ ਸਾਡੇ ਉੱਤੇ ਜ਼ੁਲਮ ਹੋਇਆ ਉਹਦਾ ਕੋਈ ਜ਼ਿੰਮੇਵਾਰ ਨਹੀਂ ਠਹਿਰਾਇਆ ਗਿਆ, ਸਾਨੂੰ ਕੋਈ ਇਨਸਾਫ ਨਹੀਂ ਮਿਲਿਆ। ਸਟੇਟ ਨੇ ਮਨੂੰ ਵਾਂਗੂ ਆਪਣਾ ਹੱਕ ਬਣਾ ਲਿਆ ਕਿ ਸਿੱਖਾਂ ਨੂੰ ਅਸੀਂ ਮਾਰ ਕੁੱਟ ਕੁਚਲ ਕੇ ਖਤਮ ਕਰਕੇ ਉਹਦਾ ਕੋਈ ਜਵਾਬ ਨਹੀਂ ਦੇਣਾ ਹੈਗਾ। ਦੇयर इज नो ਜਸਟਿਸ। ਚੋਣ ਕਰਕੇ ਇੱਕਮਤ ਹੋ ਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਚੁਣਦੇ ਸੀ, ਉਹਨੂੰ ਇਸ ਤਰ੍ਹਾਂ ਤੈਸ਼-ਮੈਸ਼ ਕਰਤਾ ਹੈਗਾ, ਕੁਝ ਨਹੀਂ ਛੱਡਿਆ ਉਹਦਾ। ਜਿੱਥੇ ਇੱਕ ਬੰਦੇ ਦੇ ਦੇਹਾਂਤ ਹੋਣ ਤੇ ਜਲੰਧਰ ਤੇ ਚੋਣ ਹੋ ਰਹੇ ਹੈ, ਬਾਈ ਇਲੈਕਸ਼ਨ ਹੋ ਰਹੀ ਹੈ। ਅੱਜ ਸਾਡਾ ਜਿਹੜਾ ਡੈਮੋਕ੍ਰੈਟਿਕ ਸੈਟਅਪ ਐਸਜੀਪੀਸੀ ਦਾ ਸਿਰਫ ਤੇ ਸਿਰਫ 1947 ਤੋਂ ਬਾਅਦ 8 ਵਾਰੀ ਚੋਣਾਂ ਹੋ ਰਹੀਆਂ, ਭਾਰਤ 18ਵੀਂ ਚੋਣ ਕਰ ਰਿਹਾ ਹੈ। ਇਹਨਾਂ ਨੇ ਕੀ ਕੀਤਾ ਕਿ ਸਿੱਖ ਜਿੱਥੇ ਮਤ ਰਾਹੀਂ ਇੱਕ ਹੁੰਦੇ ਸੀਗੇ, ਆਪਣਾ ਮਤਦਾਨ ਕਰਕੇ ਆਪਣੇ ਨੁਮਾਇੰਦੇ ਚੁਣ ਕੇ ਸਿੱਖਾਂ ਨੂੰ ਇੱਕ ਥਾਂ ਮਿਲਦੀ ਸੀਗੀ, ਉਹਨੂੰ ਬਿਲਕੁਲ ਖਤਮ ਕਰਤਾ। ਜਿਹੜੇ ਸਾਡੇ ਬੰਦੀ ਸਿੰਘ ਆ ਉਹਨਾਂ ਦੀ ਰਿਹਾਈ ਹੋ ਨਹੀਂ ਰਹੀ, ਹੋਰ ਕੌਮਾਂ ਦੀ ਹੋ ਰਹੀ ਹੈ। ਸਾਡੇ ਉੱਤੇ ਜਿਹੜਾ ਜ਼ੁਲਮ ਤੇ ਅਤਿਆਚਾਰ ਇਹ ਸਟੇਟ ਕਰ ਰਿਹਾ ਹੈ। ਸਰਬੱਤ ਖਾਲਸਾ ਤੁਸੀਂ ਸੱਦਣਾ ਚਾਹੁੰਦੇ ਹੋ ਤਾਂ ਇਹਦੇ ਵਿੱਚ ਇਹ ਕਾਹਦੇ ਲਈ ਸੱਦਿਆ ਜਾਊਗਾ? ਜਿਹੜਾ ਸਟਰਕਚਰ ਹੈ ਉਸ ਨੂੰ ਰੀਬਿਲਡ ਕਰਨ ਦੇ ਲਈ ਸੱਦਿਆ ਜਾਊਗਾ, ਜਾਂ ਜਿਹੜੀ ਨੌਜਵਾਨਾਂ ਦੀ ਗ੍ਰਿਫਤਾਰੀਆਂ ਹੋਈਆਂ ਜਾਂ ਵਾਰਿਸ ਪੰਜਾਬ ਜਥੇਬੰਦੀ ਦੇ ਨਾਲ ਸੰਬੰਧਿਤ ਇਸ ਨੂੰ ਸੱਦਿਆ ਜਾਣਾ? ਸੱਦਿਆ ਕਿਉਂ ਜਾਣਾ? ਮੇਰੇ ਕੋਲੇ ਸਰ ਸਿਮਰਨਜੀਤ ਸਿੰਘ ਮਾਨ ਦਾ 1984 ਤੋਂ ਲੈ ਕੇ 96 ਤਾਈਂ ਜਿਹੜੇ ਅਰੈਸਟ ਹੋਇਆ 35 ਵਾਰੀ, ਕਦੀ ਧਾਰਾ 124 ਹੈ, ਕਦੀ 751, ਕਦੀ ਕੋਈ ਹੋਰ ਧਾਰਾ। ਇਹ ਤਾਂ ਲਗਾਤਾਰ ਸਾਡੀਆਂ ਗ੍ਰਿਫਤਾਰੀਆਂ, ਪ੍ਰੀਵੈਂਟਿਵ ਕਸਟਡੀ, ਟਾਡਾ 'ਚ ਇਹਨਾਂ ਦੇ ਕੇਸ ਲੱਗੇ ਹੋਏ ਆ, ਹਰੇਕ ਤਰ੍ਹਾਂ ਦੇ ਕੇਸ ਇਹਨਾਂ ਤੇ ਲੱਗੇ ਹੈਗੇ ਆ। ਸਾਡੇ ਉੱਤੇ ਜਾਣਬੁੱਝ ਕੇ ਯੂਆਪਾ, ਐਨਐਸਏ, ਡਿਸਟਰਬਡ ਏਰੀਆ ਐਕਟ ਲਾ ਕੇ ਸਾਡੇ ਮਾਨਸਿਕ ਹੱਕ ਕਿਉਂ ਇਹ ਮਨੂਵਾਦੀ ਸਟੇਟ ਲੈਂਦਾ ਹੈਗਾ? ਹੁਣ ਜਿਹੜਾ ਚੋਣ ਸਿਸਟਮ ਹੈ ਸਾਡਾ, ਇਲੈਕਸ਼ਨ ਕਮਿਸ਼ਨਰ ਐਸਜੀਪੀਸੀ ਦਾ ਹੈ, ਉਹ ਬਿਲਕੁਲ ਨਿਹੱਥਾ, ਉਹਨੇ ਅੱਜ ਤੱਕ ਕੁਝ ਕੀਤਾ ਹੀ ਨਹੀਂ ਹੈਗਾ। 12 ਸਾਲ ਹੋ ਗਏ, 5 ਸਾਲ ਦੀ ਟਰਮ ਹੈ, ਉਹਨੇ 7 ਸਾਲ ਕੁਝ ਕੀਤਾ ਹੀ ਨਹੀਂ ਹੈਗਾ। ਜਿਹੜਾ ਇਲੈਕਸ਼ਨ ਹੋਮ ਮਿਨਿਸਟਰੀ ਦੇ ਅਧੀਨ ਹੈ, ਉਹ ਬਿਲਕੁਲ ਸਿੱਖਾਂ ਨੂੰ ਉਹਦੇ ਤੋਂ ਅਲੱਗ ਕਰਨਾ ਚਾਹੀਦਾ ਹੈ। ਇਹ ਸਟੇਟ ਨੇ ਤਾਂ ਸਾਨੂੰ ਇਕੱਠੇ ਹੋਣ ਹੀ ਨਹੀਂ ਦਿੱਤਾ, ਇਹ ਤਾਂ ਸਾਨੂੰ ਵੱਖਰਾ ਕਰਦੀ ਹੈ, ਇਲੈਕਸ਼ਨ ਨਹੀਂ ਹੋਣ ਦਿੰਦੀ, ਸਾਡੀ ਡੈਮੋਕ੍ਰੈਟਿਕ ਫੰਕਸ਼ਨਿੰਗ ਇਹਨੇ ਭੰਗ ਕਰਤੀ ਹੈਗੀ ਹੈ। 12 ਸਾਲ ਹੋ ਗਏ ਕਿ ਸਾਡੇ ਜਿਹੜੇ ਐਸਜੀਪੀਸੀ ਦੇ ਚੋਣ ਨਹੀਂ ਹੋਏ, ਕਿਤੇ ਮੈਂਬਰ ਮਰ ਗਿਆ ਉਹਦਾ ਜਿਮਨੀ ਚੋਣ ਨਹੀਂ ਕੀਤਾ ਹੈਗਾ, ਕਿਤੇ ਉਹਨਾਂ ਦੇ ਅਕਾਲ ਤਖਤ ਦੇ ਬਣਨੇ ਲਿਫਾਫਿਆਂ ਚੋਂ ਨਿਕਲਦੇ ਆ। ਇਹ ਸਾਰਾ ਸੈਂਟਰ ਨੇ ਸਾਡਾ ਜਿਹੜਾ ਆਰਗੇਨਾਈਜੇਸ਼ਨ ਸਿਸਟਮ ਹੈ ਉਹਨੂੰ ਖਤਮ ਕਰਕੇ ਸਾਡੇ ਉੱਤੇ ਮਾੜੇ ਕਾਨੂੰਨ, ਆਸਪਾ, ਯੂਆਪਾ, ਐਨਡੀਏ, ਐਨਐਸਏ, ਜਿਹੜੇ ਸਾਡੇ ਮਾਨਸਿਕ ਹੱਕ, ਜਿਹੜੇ ਡਾਕਟਰ BR ਅੰਬੇਦਕਰ ਨੇ ਪਾਰਟ 3 ਕਨਸਟੀਟਿਊਸ਼ਨ ਦਿੱਤੇ ਸੀ, ਉਹਦੇ ਤੇ ਪਾਬੰਦੀਆਂ ਲਾ ਕੇ ਕੁਚਲ ਕੇ ਸਾਨੂੰ ਰੱਖਤਾ ਹੈਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਦੇ ਵਿੱਚ ਇਹਨਾਂ ਦਿਨੀ ਜਲੰਧਰ ਜਿਮਨੀ ਚੋਣਾਂ ਸਿਰ ਤੇ ਆ ਚੁੱਕੀਆਂ ਨੇ, ਜਿਹੜੀਆਂ ਕਿ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਇੱਕ ਪ੍ਰੈਕਟਿਸ ਮੈਚ ਦੇ ਤਰ੍ਹਾਂ ਵੀ ਰਾਜਨੀਤਿਕ ਪਾਰਟੀਆਂ ਦੇ ਲਈ ਇੱਕ ਸਮਾਂ ਮਿਲਿਆ।
ਤੇ ਇਹਨਾਂ ਹਾਲਾਤਾਂ ਦੇ ਵਿੱਚ ਪੰਜਾਬ ਦੇ ਜਿਹੜੇ ਰਾਜਨੀਤਿਕ ਅਤੇ ਧਾਰਮਿਕ ਸਮੀਕਰਨ ਨੇ ਉਹ ਕਾਫੀ ਉੱਤਲ-ਪੁੱਥਲ ਦੇ ਦੌਰ ਦੇ ਵਿੱਚੋਂ ਗੁਜ਼ਰ ਰਹੇ ਨੇ। ਪੰਜਾਬ ਦੇ ਵਿੱਚ ਇਹਨਾਂ ਦਿਨੀ ਸਰਬੱਤ ਖਾਲਸਾ ਸ਼ਬਦ ਦੇ ਉੱਤੇ ਬੜੀ ਚਰਚਾ ਹੋ ਰਹੀ ਹੈ। ਇਹ ਵੀ ਕਿਆਸ ਲਗਾਏ ਜਾ ਰਹੇ ਨੇ ਕਿ ਕੀ ਸਰਬੱਤ ਖਾਲਸਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸੱਦਿਆ ਜਾਵੇਗਾ ਜਾਂ ਨਹੀਂ ਸੱਦਿਆ ਜਾਵੇਗਾ। ਸੱਦਿਆ ਜਾਵੇਗਾ ਤਾਂ ਕਿਹਨਾਂ ਕਾਰਨਾਂ ਨੂੰ ਲੈ ਕੇ ਸੱਦਿਆ ਜਾਵੇਗਾ ਅਤੇ ਨਾ ਸੱਦੇ ਜਾਣ ਦੇ ਕੀ ਕਾਰਨ ਹੋਣਗੇ। ਪਰ ਇਹਨਾਂ ਦਿਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਸਰਬੱਤ ਖਾਲਸਾ ਸੱਦਣ ਦੀ ਹਮਾਇਤ ਕੀਤੀ ਗਈ ਹੈ। ਤਾਂ ਸਾਡੇ ਨਾਲ ਇਮਾਨ ਸਿੰਘ ਮਾਨ ਮੌਜੂਦ ਨੇ, ਉਹਨਾਂ ਤੋਂ ਜਾਣਾਂਗੇ ਕਿ ਆਖਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਰਬੱਤ ਖਾਲਸਾ ਸੱਦਣ ਦੀ ਹਮਾਇਤ ਕਿਉਂ ਕਰ ਰਿਹਾ ਹੈ ਅਤੇ ਪੰਥਕ ਹਲਕਿਆਂ ਦੇ ਵਿੱਚ ਕੀ ਇਹ ਸਥਿਤੀ ਹੈ ਕਿ ਸਿੱਖ ਜਾਂ ਪੰਥ ਜਾਂ ਸ਼੍ਰੀ ਅਕਾਲ ਤਖਤ ਸਾਹਿਬ ਸਰਬੱਤ ਖਾਲਸਾ ਸੱਦ ਸਕਦੇ ਨੇ ਅਤੇ ਸਰਬੱਤ ਖਾਲਸਾ ਸੱਦਣ ਦੇ ਮਾਇਨੇ ਕੀ ਹੋਣਗੇ, ਰਾਜਨੀਤਿਕ ਵਰਗ ਦੇ ਉੱਤੇ ਕੀ ਅਸਰ ਪਵੇਗਾ, ਪੰਜਾਬ ਦੇ ਸਮਾਜਿਕ ਵਰਗ ਦੇ ਉੱਤੇ ਕੀ ਅਸਰ ਪੈਣ ਵਾਲਾ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਗੱਲਬਾਤ ਦੀ ਸਾਂਝ ਪਾਉਂਦੇ ਹਾਂ। ਸਿੰਘ ਸਾਹਿਬ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਸਭ ਤੋਂ ਪਹਿਲਾਂ ਤਾਂ ਇਹੀ ਜਾਣਨਾ ਚਾਹਾਂਗੇ ਕਿ ਤੁਸੀਂ ਸਰਬੱਤ ਖਾਲਸਾ ਸੱਦਣ ਦੀ ਹਮਾਇਤ ਕੀਤੀ ਹੈ। ਬੀਤੇ ਦਿਨਾਂ ਦੇ ਵਿੱਚ ਤੁਸੀਂ ਇਸ ਮਾਮਲੇ ਨੂੰ ਲੈ ਕੇ ਇੱਕ ਵੀਡੀਓ ਵੀ ਜਾਰੀ ਕੀਤਾ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਕਿਉਂ ਲੱਗਦਾ ਹੈ ਕਿ ਸਰਬੱਤ ਖਾਲਸਾ ਸੱਦਿਆ ਜਾਣਾ ਚਾਹੀਦਾ? ਜੋ ਸਿੱਖਾਂ ਦੇ ਹਾਲਾਤ ਹੁਣ ਹੈਗੇ ਉਹਦੇ ਵਿੱਚ ਸਿੱਖਾਂ ਨੂੰ ਇਕੱਠੇ ਹੋ ਕੇ ਕੁਝ ਫੈਸਲੇ ਲੈਣੇ ਚਾਹੀਦੇ ਆ ਜੀ, ਜਿਹਦੇ ਵਿੱਚ ਮੌਜੂਦਾ ਹਾਲਾਤ ਤੁਸੀਂ ਦੇਖ ਰਹੇ ਹੋ। ਸਿੱਖਾਂ ਨੂੰ ਜਿਵੇਂ ਮਨੂ ਦੀ ਸੋਚ ਅਧੀਨ ਸ਼ੂਦਰਿਆਂ ਦੇ ਉੱਤੇ ਪਾਬੰਦੀਆਂ ਲਾਈਆਂ ਜਾਂਦੀਆਂ ਸੀ ਕਿ ਤੁਸੀਂ ਪੜ੍ਹ ਲਿਖ ਨਹੀਂ ਸਕਦੇ, ਤੁਹਾਡੀ ਕਮਾਈ ਆਪਣੀ ਨਹੀਂ ਹੋ ਸਕਦੀ, ਕੋਈ ਕੰਮ ਨਹੀਂ ਕਰ ਸਕਦਾ, ਸਾਰਾ ਹੱਕ ਬ੍ਰਾਹਮਣ ਨੂੰ ਦੇਤਾ ਸੀਗਾ। ਸ਼ੂਦਰ ਦੀ ਕਮਾਈ ਲੈ ਸਕਦਾ ਸੀ, ਉਹਦੀ ਜਨਾਨੀ ਲੈ ਸਕਦਾ ਸੀ, ਉਹਦੀ ਧਨ ਲੈ ਸਕਦਾ ਸੀ। ਅੱਜ ਸਿੱਖਾਂ ਨੂੰ ਇਸ ਸਥਿਤੀ 'ਚ ਪਾਇਆ ਹੋਇਆ ਹੈ ਕਿ 40 ਸਾਲ ਹੋਣ ਲੱਗੇ 1984 ਨੂੰ ਤੇ ਜਿਹੜਾ ਸਾਡੇ ਉੱਤੇ ਜ਼ੁਲਮ ਹੋਇਆ ਉਹਦਾ ਕੋਈ ਜ਼ਿੰਮੇਵਾਰ ਨਹੀਂ ਠਹਿਰਾਇਆ ਗਿਆ, ਸਾਨੂੰ ਕੋਈ ਇਨਸਾਫ ਨਹੀਂ ਮਿਲਿਆ। ਸਟੇਟ ਨੇ ਮਨੂੰ ਵਾਂਗੂ ਆਪਣਾ ਹੱਕ ਬਣਾ ਲਿਆ ਕਿ ਸਿੱਖਾਂ ਨੂੰ ਅਸੀਂ ਮਾਰ ਕੁੱਟ ਕੁਚਲ ਕੇ ਖਤਮ ਕਰਕੇ ਉਹਦਾ ਕੋਈ ਜਵਾਬ ਨਹੀਂ ਦੇਣਾ ਹੈਗਾ। ਦੇयर इज नो ਜਸਟਿਸ। ਜਿਹੜੇ ਸਾਡੇ ਬੰਦੀ ਸਿੰਘ ਆ ਉਹਨਾਂ ਦੀ ਰਿਹਾਈ ਹੋ ਨਹੀਂ ਰਹੀ, ਹੋਰ ਕੌਮਾਂ ਦੀ ਹੋ ਰਹੀ ਹੈ। ਸਾਡੇ ਉੱਤੇ ਜਿਹੜਾ ਜ਼ੁਲਮ ਤੇ ਅਤਿਆਚਾਰ ਇਹ ਸਟੇਟ ਕਰ ਰਿਹਾ ਹੈ ਉਹਦਾ ਆਪਾਂ ਨੂੰ ਲੇਖਾ ਜੋਖਾ ਕਰਨਾ ਚਾਹੀਦਾ। ਸਰਬੱਤ ਖਾਲਸਾ ਇੱਕ ਮਤ ਹੋ ਕੇ ਸਿੱਖ ਕੌਮ ਨੂੰ ਤੋੜਨ ਦਾ ਯਤਨ ਸਾਨੂੰ ਅਤੀ ਜ਼ਰੂਰੀ ਹੈਗਾ। ਇਹਦੇ ਵਿੱਚ ਜਿਹੜੇ ਸਟੇਟ ਨੇ ਸਾਡੇ ਤੇ ਜ਼ੁਲਮ ਕੀਤੇ ਆ ਉਹ ਸਭ ਤੋਂ ਭਾਰੀ ਇਹ ਹੈ ਕਿ ਜਿਹੜਾ ਸਾਡਾ ਸਿੰਘ ਸਭਾ ਲਹਿਰ ਨੇ ਸ਼ਹਾਦਤਾਂ ਦੇ ਕੇ, ਜਿਹਨੂੰ ਗਾਂਧੀ ਨੇ ਕਿਹਾ ਸੀਗਾ ਸਿੰਘ ਸਭਾ ਲਹਿਰ ਨੇ ਆਜ਼ਾਦੀ ਦੀ ਪਹਿਲੀ ਜਿੱਤ ਕੀਤੀ ਹੈ ਜਦ ਨਨਕਾਣਾ ਸਾਹਿਬ ਆਜ਼ਾਦ ਕੀਤੇ ਸੀਗੇ ਸਿੱਖਾਂ ਨੇ, ਉਹਨੂੰ ਉਸ ਤੋਂ ਨਿਕਲਦੀ SGPC ਜਿਹੜੇ ਵਿੱਚ ਅਸੀਂ ਚੋਣ ਕਰਕੇ ਇੱਕ ਮਤ ਹੋ ਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਚੁਣਦੇ ਸੀ, ਉਹਨੂੰ ਇਸ ਤਰ੍ਹਾਂ ਤੈਸ਼-ਮੈਸ਼ ਕਰਤਾ ਹੈਗਾ, ਕੁਝ ਨਹੀਂ ਛੱਡਿਆ ਉਹਦਾ। ਜਿਹੜੀ ਕਮੇਟੀ 1925 'ਚ ਪਹਿਲੇ ਚੋਣ ਬਣ ਕੇ ਬਣੀ ਸੀ, 1947 ਆਜ਼ਾਦੀ ਤੋਂ ਬਾਅਦ ਜਿੱਥੇ ਅੱਜ 17ਵਾਂ ਪਾਰਲੀਮੈਂਟ ਚੱਲ ਰਿਹਾ, ਜਿੱਥੇ 18ਵੇਂ ਦੀ ਤਿਆਰੀ ਹੋ ਰਹੀ ਹੈ, ਜਿੱਥੇ ਇੱਕ ਬੰਦੇ ਦੇ ਦੇਹਾਂਤ ਹੋਣ ਤੇ ਜਲੰਧਰ ਤੇ ਚੋਣ ਹੋ ਰਹੇ ਹੈ, ਬਾਈ ਇਲੈਕਸ਼ਨ ਹੋ ਰਹੀ ਹੈ, ਅੱਜ ਸਾਡਾ ਜਿਹੜਾ ਡੈਮੋਕ੍ਰੈਟਿਕ ਸੈਟਅਪ SGPC ਦਾ ਹੈ ਸਿਰਫ ਤੇ ਸਿਰਫ 1947 ਤੋਂ ਬਾਅਦ 8 ਵਾਰੀ ਚੋਣਾਂ ਹੋ ਰਹੀਆਂ। ਭਾਰਤ 18ਵੀਂ ਚੋਣ ਕਰ ਰਿਹਾ ਜਦ ਕਿ ਇਹਦਾ ਹਾਊਸ 1952 'ਚ ਤਿਆਰ ਹੋਇਆ ਸੀਗਾ। ਇਹਨਾਂ ਨੇ ਕੀ ਕੀਤਾ ਕਿ ਸਿੱਖ ਜਿੱਥੇ ਮਤ ਰਾਹੀਂ ਇੱਕ ਹੁੰਦੇ ਸੀਗੇ, ਆਪਣਾ ਮਤਦਾਨ ਕਰਕੇ ਆਪਣੇ ਨੁਮਾਇੰਦੇ ਚੁਣ ਕੇ ਸਿੱਖਾਂ ਨੂੰ ਇੱਕ ਥਾਂ ਮਿਲਦੀ ਸੀਗੀ, ਉਹਨੂੰ ਬਿਲਕੁਲ ਖਤਮ ਕਰਤਾ। 12 ਸਾਲ ਹੋ ਗਏ ਕਿ ਸਾਡੇ ਜਿਹੜੇ SGPC ਦੇ ਚੋਣ ਨਹੀਂ ਹੋਏ, ਕਿਤੇ ਮੈਂਬਰ ਮਰ ਗਿਆ ਉਹਦਾ ਜਿਮਨੀ ਚੋਣ ਨਹੀਂ ਕੀਤਾ ਹੈਗਾ, ਕਿਤੇ ਉਹਨਾਂ ਦੇ ਅਕਾਲ ਤਖਤ ਦੇ ਬਣਨੇ ਲਿਫਾਫਿਆਂ ਚੋਂ ਨਿਕਲਦੇ ਆ। ਇਹ ਸਾਰਾ ਸੈਂਟਰ ਨੇ ਸਾਡਾ ਜਿਹੜਾ ਆਰਗੇਨਾਈਜੇਸ਼ਨ ਸਿਸਟਮ ਹੈ ਉਹਨੂੰ ਖਤਮ ਕਰਕੇ ਸਾਡੇ ਉੱਤੇ ਮਾੜੇ ਕਾਨੂੰਨ ਆਸਪਾ ਯੂਆਪਾ NDA NSA ਜਿਹੜੇ ਸਾਡੇ ਮਾਨਸਿਕ ਹੱਕ ਜਿਹੜੇ ਡਾਕਟਰ BR ਅੰਬੇਦਕਰ ਨੇ ਪਾਰਟ 3 ਕਨਸਟੀਟਿਊਸ਼ਨ ਦਿੱਤੇ ਸੀ ਉਹਤੇ ਪਾਬੰਦੀਆਂ ਲਾ ਕੇ ਕੁਚਲ ਕੇ ਸਾਨੂੰ ਰੱਖਤਾ ਹੈਗਾ। ਤਾਂ ਇਹ ਜੋ ਸਰਬੱਤ ਖਾਲਸਾ ਤੁਸੀਂ ਸੱਦਣਾ ਚਾਹੁੰਦੇ ਹੋ ਤਾਂ ਇਹਦੇ ਵਿੱਚ ਇਹ ਕਾਹਦੇ ਲਈ ਸੱਦਿਆ ਜਾਊਗਾ? ਜਿਹੜਾ ਸਟਰਕਚਰ ਹੈ ਉਸ ਨੂੰ ਰੀਬਿਲਡ ਕਰਨ ਦੇ ਲਈ ਸੱਦਿਆ ਜਾਊਗਾ ਜਾਂ ਜਿਹੜੀ ਨੌਜਵਾਨਾਂ ਦੀ ਗ੍ਰਿਫਤਾਰੀਆਂ ਹੋਈਆਂ ਜਾਂ ਵਾਰਿਸ ਪੰਜਾਬ ਜਥੇਬੰਦੀ ਦੇ ਸੰਬੰਧਿਤ ਇਸ ਨੂੰ ਸੱਦਿਆ ਜਾਣਾ? ਸੱਦਿਆ ਕਿਉਂ ਜਾਣਾ? ਦੇਖੋ, ਜਿੱਥੇ ਤੱਕ ਗ੍ਰਿਫਤਾਰੀਆਂ ਦੀਆਂ ਗੱਲਾਂ ਆ ਮੇਰੇ ਕੋਲੇ ਸਰ ਸਿਮਰਨਜੀਤ ਸਿੰਘ ਮਾਨ ਦਾ 1984 ਤੋਂ ਲੈ ਕੇ 96 ਤਾਈਂ ਜਿਹੜੇ ਅਰੈਸਟ ਹੋਇਆ 35 ਵਾਰੀ, ਕਦੀ ਧਾਰਾ 124 ਹੈ, ਕਦੀ 57, ਕਦੀ ਕੋਈ ਹੋਰ ਧਾਰਾ। ਇਹ ਤਾਂ ਲਗਾਤਾਰ ਸਾਡੀਆਂ ਗ੍ਰਿਫਤਾਰੀਆਂ, ਪ੍ਰੀਵੈਂਟਿਵ ਕਸਟਡੀ, ਟਾਡਾ 'ਚ ਇਹਨਾਂ ਦੇ ਕੇਸ ਲੱਗੇ ਹੋਏ ਆ, ਹਰੇਕ ਤਰ੍ਹਾਂ ਦੇ ਕੇਸ ਇਹਨਾਂ ਤੇ ਲੱਗੇ ਹੈਗੇ ਆ।
ਇਹ ਸਾਡੇ ਨਾਲ ਲਗਾਤਾਰ ਬੀਤ ਰਹੀ ਹੈ ਔਰ ਇਹ ਬਿਲਕੁਲ ਮੁੱਦਾ ਹੋਣਾ ਚਾਹੀਦਾ। ਜਿਹੜੇ ਸਿੰਘ ਸਾਡੇ ਅੰਦਰ ਆ ਉਹਨਾਂ ਦਾ ਮੁੱਦਾ ਹੋਣਾ ਚਾਹੀਦਾ ਹੈ ਕਿ ਅਸੀਂ ਇਹ ਜਿਹੜਾ ਮਨੂਵਾਦੀ ਸਿਸਟਮ ਹੈ ਉਹਦੇ ਵਿੱਚ ਆਪਣੇ ਆਪ ਨੂੰ ਸ਼ੁੱਧਰ ਮੰਨ ਕੇ ਇਸ ਜਿਹੜੇ ਸਾਡੇ ਮਾਨਸਿਕ ਹੱਕ ਇਸ ਕਨਸਟੀਟਿਊਸ਼ਨ 'ਚ ਹੈ ਉਹ ਨਾ ਮੰਗੀਏ, ਬਿਲਕੁਲ ਮੰਗਣੇ ਚਾਹੀਦੇ ਆ। ਸਾਡੇ ਹੱਕ ਬਣਦੇ ਹੈਗੇ ਆ, ਸਾਡੇ ਉੱਤੇ ਜਾਣਬੁੱਝ ਕੇ ਯੂਆਪਾ NSA ਡਿਸਟਰਬਡ ਏਰੀਆ ਐਕਟ ਲਾ ਕੇ ਸਾਡੇ ਮਾਨਸਿਕ ਹੱਕ ਕਿਉਂ ਇਹ ਮਨੂਵਾਦੀ ਸਟੇਟ ਲੈਂਦਾ ਹੈਗਾ, ਇਹਦੇ ਉੱਤੇ ਜ਼ਰੂਰ ਸਾਨੂੰ ਚਰਚਾ ਕਰਨੀ ਚਾਹੀਦੀ ਹੈ। ਪਰ ਮੈਂ ਸਮਝਦਾ ਹਾਂ ਕਿ ਸਾਨੂੰ ਜਿਹੜਾ ਪਲੇਟਫਾਰਮ ਇਕੱਠੇ ਹੋਣ ਦਾ ਉਹਦੇ ਉੱਤੇ ਬਹੁਤ ਡੂੰਘੀ ਸੋਚ ਕਰਨੀ ਪੈਣੀ ਹੈ। ਹੁਣ ਜਿਹੜਾ ਚੋਣ ਸਿਸਟਮ ਹੈ ਸਾਡਾ ਇਲੈਕਸ਼ਨ ਕਮਿਸ਼ਨਰ SGPC ਦਾ ਉਹ ਬਿਲਕੁਲ ਨਿਹੱਥਾ, ਉਹਨੇ ਅੱਜ ਤੱਕ ਕੁਝ ਕੀਤਾ ਹੀ ਨਹੀਂ ਹੈਗਾ। 12 ਸਾਲ ਹੋ ਗਏ, 5 ਸਾਲ ਦੀ ਟਰਮ ਹੈ, ਉਹਨੇ 7 ਸਾਲ ਕੁਝ ਕੀਤਾ ਹੀ ਨਹੀਂ ਹੈਗਾ। ਜਿਹੜਾ ਇਲੈਕਸ਼ਨ ਹੋਮ ਮਿਨਿਸਟਰੀ ਦੇ ਅਧੀਨ ਹੈ ਉਹ ਬਿਲਕੁਲ ਸਿੱਖਾਂ ਨੂੰ ਉਹਦੇ ਤੋਂ ਅਲੱਗ ਕਰਨਾ ਚਾਹੀਦਾ ਹੈ। ਸਾਡਾ ਇਲੈਕਸ਼ਨ ਕਮਿਸ਼ਨ ਇੰਡੀਪੈਂਡੈਂਟ ਹੋਣਾ ਚਾਹੀਦਾ ਹੈ। ਜਿਵੇਂ ਇਲੈਕਸ਼ਨ ਕਮਿਸ਼ਨਰ ਦੀ ਕੁਆਲੀਫਿਕੇਸ਼ਨ ਹੋਣੀ ਚਾਹੀਦੀ ਹੈ, ਉਹ ਕੁਆਲੀਫਿਕੇਸ਼ਨ ਬੰਦਿਆਂ ਦੀ ਹੋਣੀ ਚਾਹੀਦੀ ਹੈ, ਪਰ ਉਹ ਚੁਣੇ ਸਿੱਖਾਂ ਰਾਹੀਂ ਜਾਣੇ ਚਾਹੀਦੇ ਆ, ਕਿਉਂਕਿ ਅਸੀਂ ਆਪਣੇ ਡੈਮੋਕ੍ਰੇਸੀ ਦੇ ਬਿਲਕੁਲ ਆਪ ਤੋੜਨਾ ਚਾਹੁੰਦੇ ਹੈਗੇ ਆ। ਇਹ ਸਟੇਟ ਨੇ ਤਾਂ ਸਾਨੂੰ ਇਕੱਠੇ ਹੋਣ ਹੀ ਨਹੀਂ ਦਿੱਤਾ, ਇਹ ਤਾਂ ਸਾਨੂੰ ਵੱਖਰਾ ਕਰਦੀ ਹੈ, ਇਲੈਕਸ਼ਨ ਨਹੀਂ ਹੋਣ ਦਿੰਦੀ, ਸਾਡੀ ਡੈਮੋਕ੍ਰੈਟਿਕ ਫੰਕਸ਼ਨ ਇਹਨੇ ਭੰਗ ਕਰਤੀ ਹੈਗੀ ਹੈ। ਸੋ ਸਾਡਾ ਇਲੈਕਸ਼ਨ ਕਮਿਸ਼ਨ ਸ਼ੁੱਡ ਹੈਵ ਇਲੈਕਸ਼ਨ ਕਮਿਸ਼ਨਰਸ ਜਿਨ੍ਹਾਂ ਨੂੰ ਇਲੈਕਸ਼ਨ ਕਰਾਣੇ ਆਉਂਦੇ ਆ, ਉਹਨਾਂ ਦੀ ਕੁਆਲੀਫਿਕੇਸ਼ਨ ਹੋਣੀ ਚਾਹੀਦੀ ਹੈ, ਪਰ ਚੁਣੇ ਉਹ ਡਾਇਰੈਕਟ ਵੋਟ ਸਿੱਖਾਂ ਰਾਹੀਂ ਜਾਣੇ ਚਾਹੀਦੇ ਆ। ਜੇਕਰ ਮੰਨ ਲਓ ਅਕਾਲ ਤਖਤ ਸਾਹਿਬ ਵੱਲੋਂ ਸਰਬੱਤ ਖਾਲਸਾ ਸੱਦਿਆ ਜਾਂਦਾ ਹੈ, ਉਹ ਕਹਿਣ ਵੀ ਇਸ ਮਸਲੇ ਉੱਤੇ ਗੱਲ ਨਹੀਂ ਅਸੀਂ ਕਰਨੀ, ਸ਼੍ਰੋਮਣੀ ਕਮੇਟੀ ਦੀ ਚੋਣ ਦੁਬਾਰਾ ਕਰਾਉਣ ਬਾਰੇ ਇਹ ਤਾਂ ਇਲੈਕਸ਼ਨ ਕਮਿਸ਼ਨ ਦਾ ਫੈਸਲਾ ਸੀ, ਇਸ ਬਾਰੇ ਸਰਬੱਤ ਖਾਲਸੇ ਦੇ ਵਿੱਚ ਕੋਈ ਗੱਲ ਨਹੀਂ ਕਰਨੀ ਚਾਹਾਂਗੇ, ਉੱਥੇ ਤਾਂ ਸਰਬੱਤ ਖਾਲਸੇ ਦੋ ਫਾੜ ਹੋ ਗਏ। ਰਬਿਸ਼। ਅਕਾਲ ਤਖਤ ਸਾਹਿਬ ਦੇ ਜਥੇਦਾਰ ਬਣੇ ਕਿਵੇਂ ਆ? ਚੋਣ ਹੋਈ, SGPC ਨੁਮਾਇੰਦੇ ਇਕੱਠੇ ਹੋਏ, ਹਾਊਸ ਬਣਿਆ, ਹਾਊਸ ਦੇ ਵਿੱਚੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਬਣੇ। ਉਹ ਉਹਨਾਂ ਦੀ ਇਸ ਸਿਸਟਮ ਦੇ ਵਿੱਚ ਉਹ ਉਹਨਾਂ ਦੀ ਬਣਤਰ ਹੈ, ਉਹਨਾਂ ਦੀ ਜੋ ਅਹੁਦਾ ਹੈ ਉਹ ਲੋਕਾਂ ਨੇ ਮਤਦਾਨ ਰਾਹੀਂ ਆਪਣੇ ਚੁਣੇ ਹੋਏ ਨੁਮਾਇੰਦੇ ਰਾਹੀਂ ਅਕਾਲ ਤਖਤ ਬਣਾਇਆ। ਉਹ ਕਿਹਨੂੰ ਜਵਾਬਦੇਹ ਹੈ? ਸੰਗਤ ਨੂੰ ਜਵਾਬਦੇਹ ਹੈ। ਜਿਹੜੇ ਬੰਦੇ ਨੂੰ 5 ਸਾਲ ਦੇ ਲਿਮਿਟ 'ਚ ਹਾਊਸ ਨੇ ਨੋਮੀਨੇਟ ਕੀਤਾ, ਉਹਦੇ ਬਾਅਦ ਜਿਹੜੀ ਨੋਮੀਨੇਸ਼ਨ ਹੋਈ ਹੈ ਉਹਦੀ ਕਿਹਨੇ ਆਗਿਆ ਦਿੱਤੀ ਹੈ? ਕਿਹਨੇ ਆਗਿਆ ਦਿੱਤੀ ਹੈ? ਸੰਗਤ ਨੇ ਨਹੀਂ ਦਿੱਤੀ ਹੈਗੀ। ਇਹ ਸੈਂਟਰ ਦੇ ਸਰਕਾਰ ਨਾਲ ਜੁੜੇ ਹੋਏ ਬਾਦਲ ਪਰਿਵਾਰ ਨੇ ਲਿਫਾਫਿਆਂ ਚੋਂ ਕੱਢੀ ਹੈ। ਉਹਦੇ ਬਣਤਰ ਦੇ ਉੱਤੇ ਸਾਡਾ ਸਵਾਲ ਹੈ ਕਿ ਤੂੰ ਬਣਿਆ ਕਿਵੇਂ ਹੈ, ਤੂੰ ਆਪਣੇ ਆਪ ਨੂੰ ਕਹਾਉਂਦਾ ਕਿਵੇਂ ਹੈ? ਜੇ ਉੱਥੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਰਬੱਤ ਖਾਲਸੇ ਨੇ ਬਣਾਏ ਸੀਗੇ, ਉਹਨਾਂ ਨੂੰ ਤਾਂ ਪੁਲਿਸ ਨੇ ਫੜ ਕੁੱਟ ਤੁੰਨ ਕੇ ਜੇਲ੍ਹਾਂ 'ਚ ਪਾਇਆ ਹੋਇਆ, ਉੱਥੇ ਪਹੁੰਚਣ ਨਹੀਂ ਦਿੰਦੇ। ਕਿਹੜੀ ਅਥਾਰਟੀ ਨਾਲ ਤੁਸੀਂ ਉੱਥੇ ਬਣੇ ਹੋ? ਪਰ 2016 ਦੇ ਵਿੱਚ ਚੱਬੇ ਤੇ ਜਿਹੜਾ ਸਰਬੱਤ ਖਾਲਸੇ ਦਾ ਇਕੱਠ ਸੱਦਿਆ ਗਿਆ, ਜਿਸ ਨੂੰ ਵਿਰੋਧੀ ਕਹਿੰਦੇ ਨੇ ਕਿ ਇਹ ਇੱਕ ਰਾਜਨੀਤਿਕ ਧਿਰਾਂ ਦਾ ਇਕੱਠ ਸੀ, ਉਸ ਇਕੱਠ ਦੇ ਵਿੱਚ ਜਿਨ੍ਹਾਂ ਨੂੰ ਜਥੇਦਾਰ ਥਾਪਿਆ ਗਿਆ ਜੋ ਕਿੱਥੇ ਨੇ? ਮੈਂ ਤਾਂ ਆਪ ਪੁੱਛਦਾ। ਇਹੀ ਤਾਂ ਗੱਲ ਹੈ, ਸਾਡੇ ਸਟਰਕਚਰ ਕਮਜ਼ੋਰ ਕੀਤੇ ਗਏ ਆ। ਆਪਾਂ ਨੂੰ ਇਸ ਨੂੰ, ਇਹਦੀ ਬਣਤਰ ਨੂੰ ਮੁੜ ਸੋਚਣਾ ਪੈਣਾ ਕੌਮ ਨੂੰ। ਆਪਾਂ ਨੂੰ ਜਿਹੜੇ ਮਾਡਰਨ ਡੈਮੋਕ੍ਰੈਟਿਕ ਮੈਥਡਸ ਹੈ, ਹੁਣ ਤੁਸੀਂ ਦੇਖੋ ਸਵਿਟਜ਼ਰਲੈਂਡ 'ਚ, ਅਮਰੀਕਾ ਦੇ ਸਟੇਟਾਂ ਦੇ ਵਿੱਚ ਡਾਇਰੈਕਟ ਡੈਮੋਕ੍ਰੇਸੀ ਆਉਂਦੀ ਹੈ। ਆਖਰ ਗੁਰੂ ਸਾਹਿਬ, ਗੁਰੂ ਗ੍ਰੰਥ ਸਾਹਿਬ ਕਿਹਦੇ ਨਾਲ ਜੁੜਨਾ ਚਾਹੁੰਦੇ ਆ? ਸੰਗਤ ਨਾਲ ਜੁੜਨਾ ਚਾਹੁੰਦੇ ਆ। ਆਮ ਕਹਾਵਤ ਹੈ ਕਿ ਸੰਗਤ 21 ਵਿਸੇ ਗੁਰੂ 20 ਵਿਸਵੇ। ਉਹ ਸੰਗਤ ਨਾਲ ਡਾਇਰੈਕਟ ਮੇਲ ਕਰਨਾ ਚਾਹੁੰਦੇ ਆ। ਉਹਦਾ ਮੈਥਡ ਕੀ ਹੈ? ਡਾਇਰੈਕਟ ਡੈਮੋਕ੍ਰੇਸੀ ਕੀ ਹੁੰਦੀ ਹੈ ਕਿ ਕਿਸੇ ਵੀ ਮੁੱਦੇ ਨੂੰ ਤੁਸੀਂ ਪਾਣਾ ਹੈ, 3 ਤਰ੍ਹਾਂ ਕਰ ਸਕਦੇ ਹੋ, ਇਨੀਸ਼ੀਏਟਿਵ, ਰੈਫਰੈਂਡਮ ਤੇ ਰਿਕਾਲ। ਇਹ 3 ਹਿੱਸੇ ਹੈਗੇ ਆ ਡਾਇਰੈਕਟ ਡੈਮੋਕ੍ਰੇਸੀ ਦੇ। ਤੁਸੀਂ ਹਾਊਸ ਬਣਾ ਲਿਆ ਆਪਣੇ ਚੁਣੇ ਹੋਏ ਨੁਮਾਇੰਦਿਆਂ ਦੇ, ਉਹਦੇ ਵਿੱਚ ਤੁਸੀਂ ਕੋਈ ਨਵੇਂ ਤਰੀਕੇ ਦਾ ਫਰਜ਼ ਕਰੋ ਕਿ ਤੁਸੀਂ ਉੱਥੇ ਜਿਹੜੀਆਂ ਨਿਵਾਸਾਂ ਹੈਗੀਆਂ ਉੱਥੇ ਰਹਿਣ ਬਹਿਣ ਦਾ ਬੰਦੋਬਸਤ ਕੰਪਿਊਟਰਾਈਜ਼ ਕਰਨਾ ਹੈਗਾ। ਉਹਦੇ ਲਈ ਤੁਸੀਂ ਇੱਕ ਮਤਾ ਪਾ ਕੇ ਉਹਦੇ ਸਾਈਨ ਕਰਾ ਕੇ ਸਾਰਿਆਂ ਦੇ ਤੁਸੀਂ ਹਾਊਸ ਨੂੰ ਮਜਬੂਰ ਕਰਦੇ ਹੋ ਕਿ ਇਹਦੇ ਉੱਤੇ ਵਿਚਾਰੋ। ਜੇ ਤੁਸੀਂ ਰੈਫਰੈਂਡਮ ਕਰਦੇ ਹੋ, ਤੁਸੀਂ ਹਾਊਸ ਦੇ ਵਿੱਚ ਉਹਨੇ ਮਤੇ ਪਵਾ ਕੇ ਉੱਥੇ ਪੈ ਜਾਂਦੇ ਕਿ ਉਹਨਾਂ ਨੂੰ ਉਹਦੇ ਉੱਤੇ ਇੱਕ ਰੈਫਰੈਂਡਮ ਕਰਨਾ ਪੈਂਦਾ, ਜਿਹਦੇ ਨਾਲ ਸੰਗਤ ਦੇ ਮਤ ਨਾਲ ਜੋ ਫੈਸਲਾ ਲੈਣਾ ਉਹ ਲੈਣਾ ਪੈਂਦਾ ਹੈ। ਰਿਕਾਲ ਹੁੰਦਾ ਹੈ, ਜਿਵੇਂ ਅਕਾਲ ਤਖਤ ਦੇ ਜਥੇਦਾਰ ਜਿਹੜੇ ਬਾਦਲਾਂ ਨੇ ਬਣਾਏ ਸੀਗੇ, ਉਹਨਾਂ ਨੇ ਮਾਫੀਨਾਮਾ ਦੇਤਾ ਰਾਮ ਰਹੀਮ ਨੂੰ। ਸਾਰੀ ਸਿੰਘ ਸੰਗਤ ਕਹਿੰਦੀ ਸੀ ਇਹਨੂੰ ਹਟਾਓ, ਬਾਦਲਾਂ ਨੇ ਨਹੀਂ ਹਟਾਇਆ। ਰਿਕਾਲ ਹੁੰਦਾ ਹੈ ਕਿ ਅਸੀਂ ਮਤਾ ਪਾ ਕੇ
ਉਹਨੂੰ ਉਹਦੇ ਅਹੁਦੇ ਤੋਂ ਲਾ ਸਕਦੇ ਹੈਗੇ ਆ। ਸੋ ਇਹਦੇ ਨਾਲ ਡਾਇਰੈਕਟ ਡੈਮੋਕ੍ਰੇਸੀ ਨਾਲ ਸੰਗਤ ਤੇ ਗੁਰੂ ਦਾ ਮੇਲ ਜ਼ਿਆਦਾ ਇਕੱਠਾ ਹੁੰਦਾ। ਹੁਣ ਕਿਵੇਂ ਕਰਨੀ ਹੈ? ਅੱਜ ਦਾ ਜ਼ਮਾਨਾ ਇਲੈਕਟ੍ਰੋਨਿਕਸ ਤੇ ਇਨਫੋਰਮੇਸ਼ਨ ਦਾ ਹੈਗਾ, ਹਰੇਕ ਦੇ ਜੇਬ ਦੇ ਵਿੱਚ ਫੋਨ ਹੈਗਾ। ਅਸੀਂ ਆਪਣਾ VOTING ਸਿਸਟਮ ਸਿਕਿਉਰਿਟੀ ਜੇ ਲਾਉਣੀ ਹੈ, ਬਲੌਕਚੇਨ ਵਰਗੀ ਆਪਾਂ ਸਿਕਿਉਰਿਟੀ ਲਾ ਕੇ ਅਸੀਂ ਆਪਣਾ VOTING ਸਿਸਟਮ ਬਣਾਈਏ, ਆਨਲਾਈਨ VOTING ਸਿਸਟਮ ਹੋਏ ਜਿਹਦੇ ਰਾਹੀਂ ਆਪਾਂ ਆਪਣੀ ਡੈਮੋਕ੍ਰੇਸੀ ਚਲਾ ਸਕੀਏ। ਉਹਦਾ ਇਲੈਕਸ਼ਨ ਕਮਿਸ਼ਨ ਹੋਏ, ਉਹਦੇ ਢਾਂਚੇ ਹੁਣ ਸਾਰਾ ਕੁਝ ਹੋਏ, ਉਹਦੇ ਵਿੱਚ ਸਾਰੇ ਸਿੱਖ ਬਾਹਰ ਵੱਸਦੇ ਉਹ ਵੀ ਉਹਦੇ 'ਚ ਹਿੱਸਾ ਲੈ ਸਕਣ। ਅਕਾਲ ਤਖਤ ਜਥੇਦਾਰ ਕੱਲਾ ਪੰਜਾਬ ਦੇ ਸਿੱਖਾਂ ਦਾ ਥੋੜੀ ਚੁਣਿਆ ਜਾ ਸਕਦਾ ਹੈਗਾ, ਉਹਨੂੰ ਤਾਂ ਸਾਰੇ ਸਿੱਖਾਂ ਦੇ ਉੱਤੇ ਕਮਾਂਡ ਹੈ। ਉਹ ਚਾਹੇ ਦੁਬਈ 'ਚ ਬੈਠਾ, ਕੈਨੇਡਾ 'ਚ ਬੈਠਾ, ਅਮਰੀਕਾ 'ਚ ਬੈਠਾ, ਨਾਈਜੀਰੀਆ 'ਚ ਬੈਠਾ, ਆਸਟ੍ਰੇਲੀਆ 'ਚ ਬੈਠਾ, ਉਹਦੀ ਵੀ ਵੋਟ ਨਾ ਬਣਨਾ ਚਾਹੀਦਾ ਹੈ। ਤੇ ਇਹਨਾਂ ਨੇ ਤਾਂ ਆਪਣੇ ਹੱਥ 'ਚ ਭਾਰਤ ਸਟੇਟ ਨੇ ਕਰਕੇ ਇਹ ਖਤਮ ਹੀ ਕਰਤਾ ਸਿਸਟਮ। ਪਰ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਪੂਰੇ ਦੁਨੀਆ ਦੇ ਸਿੱਖ ਇਕੱਠੇ ਹੋਣ ਜਾਂ ਉਹ ਇਕੱਠੇ ਹੋ ਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਚੁਣਨ, ਪਰ ਮੌਜੂਦਾ ਸਮੇਂ 'ਚ ਤੁਹਾਨੂੰ ਲੱਗਦਾ ਹੈ ਕਿ ਸਿੱਖ ਇਕੱਠੇ ਨੇ? ਸਿੱਖਾਂ ਦੀਆਂ ਧਿਰਾਂ ਇਕੱਠੀਆਂ ਨਹੀਂ ਹੈਗੀਆਂ, ਸਿੱਖਾਂ ਦੀਆਂ ਧਿਰਾਂ ਦੇ ਵਿੱਚ ਆਪਸੀ ਵਿਤਕਰੇਬਾਜ਼ੀ ਜਾਂ ਦੁਫਾੜ ਬਹੁਤ ਹੈ। ਇੱਕ ਧਿਰ ਕੁਛ ਕਹਿੰਦੀ ਹੈ, ਦੂਸਰੀ ਧਿਰ ਕੁਛ ਕਹਿੰਦੀ ਹੈ। ਸਰਬੱਤ ਖਾਲਸੇ ਨੂੰ ਲੈ ਕੇ ਧਿਰਾਂ ਦੇ ਵੱਖਰੇ ਵੱਖਰੇ ਵਿਚਾਰ ਨੇ। ਬਹੁਤ ਸਾਰੇ ਤਾਂ ਕਹਿੰਦੇ ਨੇ ਕਿ ਅਸੀਂ ਤਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਜਥੇਦਾਰੀ ਨਹੀਂ ਮੰਨਦੇ ਹੈਗੇ, ਉਹਨਾਂ ਦੇ ਸੱਦੇ ਤੋਂ ਅਸੀਂ ਨਹੀਂ ਜਾਵਾਂਗੇ। ਤਾਂ ਮੌਜੂਦਾ ਸਮੇਂ ਦੇ ਵਿੱਚ ਜਿੱਥੇ ਸਿੱਖਾਂ ਦੇ ਵਿੱਚ ਨਾ ਤਾਂ ਆਪਸੀ ਇੱਕ ਹੈ, ਨਾ ਤਾਂ ਸਦਭਾਵਨਾ ਕੋਈ, ਨਾ ਭਰੋਸੇਯੋਗਤਾ ਇੱਕ ਦੂਜੇ ਦੇ ਪ੍ਰਤੀ, ਇੱਕ ਦੂਜੇ ਨੂੰ ਦੁਸ਼ਮਣ ਜਾਂ ਗਦਾਰ ਦੀ ਨਿਗਾਹ ਦੇ ਨਾਲ ਦੇਖਿਆ ਜਾ ਰਿਹਾ ਹੈ। ਹਰੇਕ ਜਥੇਬੰਦੀ ਇੱਕ ਦੂਜੇ ਦੇ ਨਾਲ ਪਾਟੀ ਪਈ ਹੈ। ਅਜਿਹੇ ਸਮੇਂ ਦੇ ਵਿੱਚ ਸਿੱਖਾਂ ਨੂੰ ਇੱਕ ਕਰਨ ਦਾ ਯਤਨ ਹੈ ਜਿਹੜਾ, ਇਹ ਹੋ ਸਕਦਾ ਜਾਂ ਹੋ ਸਕਣਗੇ? ਸਿੱਖ ਇਕਮਤ ਹੋ ਕੇ ਗੁਰੂ ਗ੍ਰੰਥ ਸਾਹਿਬ ਨਾਲ ਲੱਗੇ ਹੋਏ ਆ, ਇਹ ਡੈਫੀਨੇਸ਼ਨ ਸਿੱਖ ਦੀ ਹੈ ਜੀ, ਠੀਕ ਹੈ ਨਾ ਜੀ। ਗੁਰੂ ਗ੍ਰੰਥ ਸਾਹਿਬ ਅਧੀਨ ਸਰਬੱਤ ਖਾਲਸਾ ਘੱਲ ਕੇ ਜਿਹੜੇ ਸਾਂਝੇ ਮੁੱਦੇ ਆ ਉਹ ਹੁਣ ਡਿਬੇਟ ਕਰਕੇ ਹੁਣ ਵੱਖ-ਵੱਖ ਧਿਰਾਂ ਆਪਣੀਆਂ ਮੁੱਦੇ ਪਾਏ। ਮੇਰਾ ਸਭ ਤੋਂ ਅਹਿਮ ਹੈ ਕਿ ਆਪਣਾ ਢਾਂਚਾ ਕਿਵੇਂ ਬਣਾਉਣਾ ਹੈਗਾ, ਉਹ ਮੇਰੀ ਸੋਚ ਹੈ। ਕਿਸੇ ਨੂੰ ਕੁਛ ਹੋਰ ਚੀਜ਼ ਦੀ ਸੋਚ ਹੈ, ਉਹ ਆਪਣੇ ਮਤੇ ਪਾਏ। ਮਤੇ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਰੱਖ ਕੇ ਆਪਣਾ ਸਿਸਟਮ ਤਿਆਰ ਕਰੀਏ, ਉਹਦੇ ਹੱਕ 'ਚ ਆਪਾਂ ਹਾਂ ਨਾ ਕਰੀਏ। ਜਦ ਅਮਰੀਕਾ ਬਣਿਆ, ਜਦ ਇੰਡੀਆ ਬਣਿਆ, ਹੁਣ ਮੇਰੇ ਤਾਏ ਪੜਦਾਦੇ ਭੁਪਿੰਦਰ ਸਿੰਘ ਮਾਨ ਨੇ ਸਾਈਨ ਨਹੀਂ ਕੀਤਾ ਜਿਹੜਾ ਕਨਸਟੀਟਿਊਂਟ ਅਸੈਂਬਲੀ ਕਨਸਟੀਟਿਊਸ਼ਨ ਦੇ ਉੱਤੇ ਹੈਗਾ, ਅਸੀਂ ਉਹਦਾ ਹਿੱਸਾ ਨਹੀਂ ਬਣੇ, ਠੀਕ ਹੈ ਨਾ ਜੀ। ਪਰ ਉਹਨਾਂ ਨੂੰ ਉੱਥੇ ਥਾਂ ਮਿਲੀ ਸੀ। ਇੱਕਮਤ ਤੱਕ ਕੋਈ ਵੀ ਸੰਸਥਾ ਨਹੀਂ ਹੁੰਦੀ। ਅਮਰੀਕਾ ਦੇ ਵਿੱਚ ਵੱਖ-ਵੱਖ ਧਿਰਾਂ ਸੀ, ਫੈਡਰਲਿਸਟ, ਐਂਟੀ ਫੈਡਰਲਿਸਟ। ਜਿੱਥੇ ਇੰਗਲੈਂਡ ਹੈ ਉੱਥੇ ਕੋਈ ਰਾਜੇ ਨਾਲ ਸੀਗੇ ਮੋਨੋਕਿਸਟ, ਕੋਈ ਰਿਪਬਲਿਕਨ ਸੀਗੇ ਜਿਨ੍ਹਾਂ ਨੇ ਵੱਖਰੇ ਤੌਰ ਤੇ ਆਪਣੇ ਰਾਉਂਡ ਹੈਡਸ ਨੇ ਬਣਾਈ ਸੀਗੀ। ਧਿਰਾਂ ਵੱਖਰੀਆਂ ਹੋ ਸਕਦੀਆਂ, ਪਰ ਇੱਕ ਮਤ ਦੇ ਅਧੀਨ ਜਿਸ ਚੀਜ਼ ਦਾ ਨਾਂ ਹੈ, ਜੇ ਤੁਸੀਂ ਆਪਦੇ ਆਪ ਨੂੰ ਅਮਰੀਕਨ ਕਹਿੰਦੇ ਹੋ ਤਾਂ ਤੁਹਾਡਾ ਵਿਸ਼ਵਾਸ ਅਮਰੀਕਾ 'ਚ ਹੈਗਾ। ਜੇ ਤੁਸੀਂ ਆਪਦੇ ਆਪ ਨੂੰ ਇੰਗਲੈਂਡੀਏ ਕਹਿੰਦੇ ਹੋ ਤਾਂ ਤੁਹਾਡਾ ਵਿਸ਼ਵਾਸ ਇੰਗਲੈਂਡ 'ਚ ਹੈਗਾ। ਉਸ ਨਾਂ ਤੇ ਇਕੱਠੇ ਕਿਉਂ ਨਹੀਂ ਹੋਣਗੇ ਸਿੱਖ? ਇਹ ਤਾਂ ਜੀ ਘਰ 'ਚ ਨਹੀਂ ਇੱਕ ਮਤ ਹੋ ਸਕਦੀ ਹੈਗੀ। ਲਾਣੇਦਾਰ ਬਣਦਾ ਹੈਗਾ, ਉਹ ਕਰਦਾ ਹੈ ਜੋ ਕੰਮ ਕਰਦਾ ਹੈ। ਕਦੀ ਘਰਾਂ 'ਚ ਵੱਖਰੇਵਾ ਹੋ ਜਾਂਦਾ, ਪਰ ਵਿਆਹ ਤੇ ਇਕੱਠੇ ਹੋਈਦਾ। ਇਹ ਹੈ ਫੁੱਫੜ ਨੂੰ ਥੋੜਾ ਜਿਹਾ ਔਖਾ ਹੋ ਜਾਂਦਾ, ਪਰ ਬਾਕੀ ਤਾਂ ਹੋ ਹੀ ਜਾਂਦੇ ਆ। ਤੁਹਾਨੂੰ ਲੱਗਦਾ ਕਿ ਇਕੱਠੇ ਹੋ ਜਾਣਗੇ? ਕਿਉਂ ਨਹੀਂ ਹੋਣਗੇ? ਗੁਰੂ ਸਾਹਿਬ ਨਾਲ ਕੌਣ ਨਹੀਂ ਖੜੂਗਾ? ਅੱਛਾ, ਜੇਕਰ ਹੁਣ ਗਿਆਨੀ ਹਰਪ੍ਰੀਤ ਸਿੰਘ ਜੀ ਸਾਦੇ ਨੇ ਤਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਾਥ ਦਊਗੀ ਸਰਬੱਤ ਖਾਲਸੇ ਦਾ, ਜੇ ਉਹ ਕਾਲ ਦਿੰਦੇ ਨੇ? ਪਿਛਲੇ ਸਮੇਂ 'ਚ ਜਦ SGPC ਦੇ ਪ੍ਰਧਾਨ ਨੇ ਬੰਦੀ ਸਿੰਘਾਂ ਲਈ ਕਾਲ ਦਿੱਤੀ, ਅਸੀਂ ਉਹ ਮੁੱਦੇ ਦੇ ਅਧੀਨ ਜ਼ਰੂਰ ਹਮਾਇਤ ਕੀਤੀ ਹੈਗੀ ਹੈ, ਕਿਉਂਕਿ ਉਹ ਵਿਚਾਰਿਆਂ ਦਾ ਕੀ ਕਸੂਰ ਹੈ ਜਿਹੜੇ 30 ਸਾਲ ਤੋਂ ਉਹ ਸਾਡੀਆਂ ਫੁੱਟਾਂ 'ਚ ਵੰਡਾਂ 'ਚ ਕਿਉਂ ਪੈਣ? ਜੇ ਕਾਲ ਦਿੰਦਾ ਹੈ ਹਰਪ੍ਰੀਤ ਸਿੰਘ ਕਿ ਹੋਣਾ ਚਾਹੀਦਾ ਸਰਬੱਤ ਖਾਲਸਾ, ਜੀ ਆਏ ਨੂੰ ਜੀ ਸਦਕੇ, ਪਰ ਮੁੱਦੇ ਦੱਸੋ ਕੀ ਕਰਨੇ ਆ ਤੁਸੀਂ। ਉਸ 'ਚ ਮੁੱਦਿਆਂ ਦੀ ਸਹਿਮਤੀ ਹੋ ਜਾਊਗੀ। ਪ੍ਰਧਾਨਗੀ ਮੇਰਾ ਖਿਆਲ ਹੈ ਕਿ ਜਿਹਨੂੰ ਫਤਵਾ ਹੀ ਨਹੀਂ ਮਿਲਿਆ ਜਮਹੂਰੀਅਤ ਰਾਹੀਂ, ਜਿਹਦੀ ਚੋਣ ਨਹੀਂ ਹੋਈ, ਜਿਹਦਾ ਡੈਮੋਕ੍ਰੈਟਿਕ ਹਾਊਸ ਨਹੀਂ ਬਣਿਆ, ਉਹਨੂੰ ਅਕਾਲ ਤਖਤ ਦਾ ਜਥੇਦਾਰ ਕਹਿਣਾ ਤਾਂ ਮਤਲਬ ਆਪਣੇ ਸਿਸਟਮ ਨਾਲ ਧੋਖਾ ਕਰਨ ਵਾਲੀ ਗੱਲ ਹੈ। ਤੁਸੀਂ ਮੰਨਦੇ ਨੇਗੇ? ਕਿਵੇਂ ਮੰਨੂਗਾ ਯਾਰ? ਜੇ ਤਾਂ ਚੁਣੇ ਹੋਏ ਹਾਊਸ ਹੋਏ, ਚਾਹੇ ਬਾਦਲਾਂ ਦਾ ਹੋਏ, ਉਹਨਾਂ ਦੇ ਰਾਹੀਂ ਉਹ ਬਣਦਾ ਹੈਗਾ। ਯਾਰ ਜਦ 5 ਸਾਲ ਬਾਅਦ ਤੁਹਾਡੀ ਟਰਮ ਲਿਮਿਟ ਖਤਮ ਹੋ ਗਈ, ਧੱਕੇ ਨਾਲ ਤੁਸੀਂ ਘੜੀਸੀ ਜਾਂਦੇ ਹੋ। ਤੁਸੀਂ ਧੱਕੇ ਨਾਲ ਬਣੇ ਹੋਏ ਹੋ, ਧੱਕਾ ਕਿਹੜਾ ਸਿੱਖ ਸਹਿਲੂਗਾ? ਇਸ ਤਰ੍ਹਾਂ ਤਾਂ ਹਰ 5 ਸਾਲ ਬਾਅਦ ਸਿੱਖਾਂ ਦਾ ਇੱਕ ਨਵਾਂ ਜਥੇਦਾਰ ਆਇਆ ਕਰੂਗਾ। ਨਹੀਂ, ਜੇ ਉਹ ਜਥੇਦਾਰੀ ਆਪਦੀ ਇਹੋ ਜਿਹੀ ਸੰਭਾਲਦਾ ਹੈ, ਪੁੱਠੇ ਸਿੱਧੇ BJP ਦੇ ਥੱਲੇ ਨਹੀਂ ਲੱਗਦਾ ਹੈਗਾ, ਬਾਦਲਾਂ ਦੀਆਂ ਗੱਲਾਂ ਨਹੀਂ ਮੰਨਦਾ ਹੈਗਾ, ਜਿਹੜਾ ਬਈ ਹਾਊਸ ਆਊਗਾ ਕਿ ਇਹ ਤਾਂ ਬੰਦਾ ਹੀ ਬਹੁਤ ਵਧੀਆ ਹੈਗਾ, ਇਹਨੂੰ ਅੱਗੇ ਤੋਰੋ। ਇਹ ਕੋਈ ਜ਼ਰੂਰੀ ਥੋੜੀ ਹੈ ਕਿ ਬਦਲਣਾ ਹੈਗਾ।
ਜੇ ਬੰਦੇ ਦਾ ਕਿਰਦਾਰ ਹੋਏ, ਕਰੈਕਟਰ ਹੋਏ, ਉਹਨੇ ਆਪਣੀ ਜਥੇਦਾਰ ਦੇ ਵਾਂਗ ਨਿਭਾਈ ਹੋਈ, ਕਿਹੜਾ ਹਾਊਸ ਜੁਰਤ ਕਰ ਲੂਗਾ ਕਿ ਅਸੀਂ ਕਹਿੰਦੇ ਇਹਨੂੰ ਤਬਦੀਲ ਕਰਨਾ ਹੈ। ਸਰ ਜੀ ਐ ਥੋੜੀ ਜਥੇਦਾਰ ਬਦਲ ਸਕਦਾ ਕੋਈ, ਠੀਕ ਹੈ ਨਾ ਜੀ। ਜੇ ਜਥੇਦਾਰ ਨੇ ਜਥੇਦਾਰੀ ਉਸ ਪੱਧਰ ਦੀ ਨਿਭਾਈ ਹੋ, ਮੈਨੂੰ ਦੱਸੋ ਭਾਈ ਮਣੀ ਸਿੰਘ ਨੂੰ ਕੌਣ ਹਟਾ ਸਕਦਾ ਸੀ ਉੱਥੇ? ਉਹਨਾਂ ਨੇ ਜਾਨ ਨਾਲ ਆਪਣੀ ਜੇ ਤੁਸੀਂ ਬਾਦਲਾਂ ਦੇ ਕਹੇ ਤੇ ਸਤਿੰਦਰਪਾਲ ਕੋਹਲੀ ਦਾ 10 ਕਰੋੜ ਦਾ ਧੰਦਾ ਜਿਹੜਾ ਉਹਨੇ ਐਸਜੀਪੀਸੀ 'ਚ ਚਲਾ ਕੇ ਪੈਸੇ ਖਾ ਗਿਆ, 328 ਸਰੂਪ ਨਹੀਂ ਤੁਸੀਂ ਲੱਭ ਸਕਦੇ, ਫਿਰ ਤੁਸੀਂ ਨੌਕਰ ਕਿਹਦੇ ਹੋ? ਗੁਰੂ ਗ੍ਰੰਥ ਸਾਹਿਬ ਦੇ ਹੋ ਕਿ ਬਾਦਲਾਂ ਦੇ ਹੋ? ਸਾਰੀ ਕਰਪਸ਼ਨ ਇਹਨੇ ਲੁਕੋਈ ਹੋਈ ਹੈ। ਇਹੋ ਜਿਹੇ ਬੰਦੇ ਨੂੰ ਕੌਣ ਸਹੂਗਾ? ਬਿਨਾਂ ਮੁੱਦਿਆਂ ਤੋਂ, ਜੇਕਰ ਬਿਨਾਂ ਮੁੱਦਾ ਨਿਰਧਾਰਿਤ ਕਰੇ ਤਾਂ ਸਰਬੱਤ ਖਾਲਸੇ ਦੇ ਇਕੱਠ ਨੂੰ ਕਾਲ ਦਿੱਤੀ ਜਾਂਦੀ ਹੈ। ਕਿਹੜਾ ਮੁੱਦਾ? ਬਿਨਾਂ ਮੁੱਦੇ ਕੌਣ ਜਾਊਗਾ ਜੀ? ਅਸੀਂ ਉੱਥੇ ਬਾਦਲਾਂ ਦੇ ਜਥੇਦਾਰ ਨੂੰ ਮੱਥਾ ਟੇਕਣ ਜਾ ਰਹੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਨੂੰ ਬਚਾਉਣ ਜਾ ਰਹੇ ਹੈਗੇ ਆ? ਉਹਨਾਂ ਦੀ ਸੋਚ ਨੂੰ ਅਸੀਂ ਉਹਨਾਂ ਦੀ ਰਖਵਾਲੀ ਕਰਨ ਚੱਲੇ ਹੈਗੇ ਆ। ਉੱਥੇ ਹਰਪ੍ਰੀਤ ਨੂੰ ਥੋੜੀ ਅਸੀਂ ਮੱਥਾ ਟੇਕਣ ਜਾਣਾ। ਅੱਛਾ, ਅੱਜ ਗਿਆਨੀ ਹਰਪ੍ਰੀਤ ਸਿੰਘ ਬਾਰੇ ਇੱਕ ਖਬਰ ਆਈ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਦਮਦਮਾ ਸਾਹਿਬ ਵਿਖੇ 11 ਤੋਂ ਇਹਨਾਂ ਦਿਨਾਂ ਦੇ ਵਿਚਕਾਰ 12 ਤੋਂ 14 15 ਦੀਆਂ ਤਰੀਕਾਂ ਦੇ ਵਿਚਕਾਰ ਇੱਕ ਧਾਰਮਿਕ ਸਮਾਗਮ ਦਾ ਐਲਾਨ ਕਰ ਦਿੱਤਾ ਹੈ, ਤਾਂ ਜਿਸ ਦੇ ਨਾਲ ਇਹ ਸਪਸ਼ਟ ਹੁੰਦਾ ਹੈ ਕਿ ਉਹਨਾਂ ਦਿਨਾਂ ਦੇ ਵਿੱਚ ਦਮਦਮਾ ਸਾਹਿਬ ਦੇ ਵਿਖੇ ਸਰਬੱਤ ਖਾਲਸੇ ਦਾ ਇਕੱਠ ਹੁਣ ਨਹੀਂ ਹੋ ਸਕਦਾ। ਤਾਂ ਹੁਣ ਜੇਕਰ ਉਹ ਨਹੀਂ ਸੱਦ ਰਹੇ ਇਕੱਠ, ਤਾਂ ਤੁਸੀਂ ਸੱਦੋਗੇ? ਅਸੀਂ ਤਾਂ ਜੀ ਪਹਿਲਾਂ ਮੁੱਦੇ ਸਰਬੱਤ ਖਾਲਸੇ ਦੇ ਕਲੀਅਰ ਕਰਨਾ ਚਾਹੁੰਦੇ ਹਾਂ, ਜਿਹਦੇ ਤੇ ਸਿੱਖ ਜਗਤ ਹਮਖਿਆਲ ਹੋ ਜੇ। ਹਮਖਿਆਲ ਇਸ ਤਰ੍ਹਾਂ ਵੀ ਹੋ ਸਕਦੀ ਹੈ ਕਿ ਜੇ ਅਸੀਂ ਕਹੀਏ ਕਿ ਨਵੀਂ ਬਣਤਰ ਬਣਨੀ ਹੈ, ਉਹ ਕਹਿਣ ਨਹੀਂ ਬਣਨੀ, ਉਹ ਵੀ ਆ ਕੇ ਆਪਣਾ ਮਤ ਉੱਥੇ ਪ੍ਰਗਟ ਕਰਨ ਕਿ ਜੀ ਇਸ ਕਰਕੇ ਨਹੀਂ ਹੋਣੀ ਚਾਹੀਦੀ ਹੈਗੀ। ਪਹਿਲਾਂ ਅਸੀਂ ਮੁੱਦੇ ਸੈੱਟ ਕਰਨੇ ਹੈ, ਆਪਣਾ ਏਜੰਡਾ ਸੈੱਟ ਕਰਨਾ ਹੈਗਾ, ਫਿਰ ਆਪਾਂ ਸਿੰਘਾਂ ਸਿੰਘਣੀਆਂ ਨੂੰ ਬੇਨਤੀ ਕਰਨੀ ਹੈ ਇਹਦੇ ਉੱਤੇ ਆ ਕੇ ਵਿਚਾਰ ਕਰੋ। ਮੇਰੇ ਹਿਸਾਬ ਨਾਲ ਤਾਂ ਚਰਚਾ ਕਰਕੇ ਲਿਖਤ ਰੂਪ 'ਚ ਮੁੱਦੇ ਦੇ ਕੇ ਲੋਕਾਂ ਤਾਈਂ ਪਹੁੰਚਾ ਕੇ ਉਹਨਾਂ ਨੂੰ ਪੁੱਛ ਕੇ ਉਹਦੇ ਉੱਤੇ ਸਰਬੱਤ ਖਾਲਸਾ ਕਰ ਲਈਏ ਤਾਂ ਕਿ ਇਨਫੋਰਮ ਡਿਸੀਜਨ ਹੋਏ। ਉੱਥੇ ਆ ਕੇ ਐ ਨਾ ਹੋ ਜਾਏ ਕਿ ਹਰਪ੍ਰੀਤ ਸਿੰਘ ਕਹਿੰਦਾ ਹੈ ਕਿ 5 ਸਾਲ ਔਰ ਬਾਦਲ ਔਰ ਬੀਜੇਪੀ ਹੱਥ ਖੜੇ ਕਰੋ। ਇਹ ਨਹੀਂ ਅਸੀਂ ਕਰਨਾ ਹੈਗਾ ਉੱਥੇ ਜਾ ਕੇ। ਹਾਂ, ਤੇ ਜਿਵੇਂ ਸਰਬੱਤ ਖਾਲਸੇ ਦੇ ਚਰਚੇ ਨੇ ਹੋਣ ਦੇ ਜਾਂ ਪੰਜਾਬ ਦੇ ਜਿਹੜੇ ਮੌਜੂਦਾ ਸਮੀਕਰਨ ਬਣੇ ਹੋਏ ਨੇ, ਉਹਨਾਂ ਸਮੀਕਰਨਾਂ ਨੂੰ ਲੈ ਕੇ ਹਰਮੀਤ ਸਿੰਘ ਕਾਲਕਾ ਦਾ ਬਿਆਨ ਆਇਆ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਵੱਲੋਂ ਕਿ ਪੰਜਾਬ ਤੋਂ ਬਾਹਰ ਰਹਿੰਦੇ ਸਿੱਖਾਂ ਦੀ ਵੀ ਗੱਲਬਾਤ ਸੋਚੀ ਜਾਵੇ ਕਿ ਆਖਰ ਉਹਨਾਂ ਦੇ ਨਾਲ ਕੀ ਬਣਦਾ। ਉਹ ਕਹਿੰਦੇ ਵੀ ਅਸੀਂ ਤਾਂ 84 ਦੇ ਦਰਦ ਚੋਂ ਹੀ ਹੱਦ ਤੱਕ ਨਿਕਲ ਨਹੀਂ ਸਕੇ, ਸਾਨੂੰ ਉਹ ਡਰ ਨੇ, ਤੇ ਤੁਸੀਂ ਪੰਜਾਬ ਦੇ ਹਾਲਾਤਾਂ ਨੂੰ ਇਸ ਤਰ੍ਹਾਂ ਕਰਕੇ ਸਾਡੇ ਵਾਸਤੇ ਖਤਰਾ ਪੈਦਾ ਕਰ ਰਹੇ ਹੋ। ਦੇਖੋ, ਮੇਰੇ ਮਨ 'ਚ ਜੋ ਸਾਡੇ ਗੁਰੂਆਂ ਦੀ ਸਿਖਲਾਈ ਹੈ, ਜਿੱਥੇ ਉਹਨਾਂ ਨੇ ਆਮ ਸਧਾਰਨ ਬੰਦੇ ਨੂੰ ਏਕ ਓਂਕਾਰ ਨਾਲ ਜੋੜਨ ਦਾ, ਨਾਮ ਸਿਮਰਨ ਦਾ ਪ੍ਰਚਾਰ ਕਰਕੇ ਮੁੱਖ ਸਾਨੂੰ ਇੱਦਾਂ ਜੋੜਿਆ। ਉਹਨਾਂ ਨੇ 2 ਹੋਰ ਲੜਾਈਆਂ ਲੜੀਆਂ ਜੀ। ਇੱਕ ਜਾਤ ਪਾਤ ਦੇ ਬਰਖਲਾਫ, ਜਿਹਦੇ ਵਿੱਚ ਭਗਤ ਰਵਿਦਾਸ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਜਨੇਊ ਪਹਿਨ ਤੋਂ ਮਨਾ ਕਰਕੇ ਤੇ ਲੰਗਰ ਦੀ ਮਰਿਆਦਾ ਤੋੜ ਕੇ ਤੇ ਨਾਲੇ ਜਾਤ ਪਾਤ ਮਾਨਸ ਕੀ ਜਾਤ ਸਭੀ ਹੈ ਇੱਕ ਤਾਂ ਇਹ ਉਹਨਾਂ ਨੇ ਲੜਾਈ ਲੜੀ। ਦੂਜੀ ਉਹਨਾਂ ਨੇ ਲੜਾਈ ਲੜੀ ਜਿਹੜੀ ਮੈਨੂੰ ਸਿਆਣਦੀ ਹੈ, ਉਹ ਹੈਗੀ ਹਕੂਮਤ ਦੇ ਬਰਖਲਾਫ। ਜਦ ਪੰਚਮ ਪਿਤਾ ਨੂੰ ਤੱਤੀ ਤਵੀ ਤੇ ਬਿਠਾ ਕੇ ਉਹਨਾਂ ਦੀ ਸ਼ਹਾਦਤ ਕੀਤੀ, ਉਸ ਸਮੇਂ ਫਿਰ 6ਵੇਂ ਪਾਤਸ਼ਾਹ ਨੇ ਸਾਨੂੰ ਮੀਰੀ ਪੀਰੀ ਦੇ ਅਧੀਨ ਜਿਹੜਾ ਮੌਜੂਦਾ ਹਾਲਾਤ ਹੈ ਉਹਦੇ ਬਰਖਲਾਫ ਬੋਲਣ ਦਾ ਉਹਨਾਂ ਨੇ ਹੁਕਮ ਕੀਤਾ। ਇਹ ਪਹਿਲੇ ਪਾਤਸ਼ਾਹ ਨੇ ਵੀ ਬਾਬਰ ਤੂੰ ਹੈ ਜਾਬਰ ਕਹਿਤਾ ਸੀਗਾ। ਜੇ ਆਪਾਂ ਬਤੌਰ ਸਿੱਖ ਸਮਝੀਏ, ਜੋ 1984 'ਚ ਹੋਇਆ ਉਹਦਾ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਹੈਗਾ। ਜੋ ਉਹਦੇ ਬਰਖਲਾਫ ਅਸੀਂ ਬੋਲਣ ਤੋਂ ਹੀ ਨਹੀਂ ਫਿਰ ਅਸੀਂ ਸਿੱਖ ਕਹਦੇ ਹੋਗੇ। ਹੁਣ ਦਿੱਲੀ ਵਾਲਿਆਂ ਨੂੰ ਮੈਂ ਪੁੱਛਦਾ ਹੈਗਾ, ਬਾਰ-ਬਾਰ ਤੁਸੀਂ ਚੁਣੇ ਹੋ, ਬਾਰ-ਬਾਰ ਤੁਸੀਂ ਆਪਣਾ ਗੁਰੂ ਘਰ ਚਲਾਇਆ, ਤੁਸੀਂ ਉੱਥੇ ਕਿਹੜਾ ਇਨਸਾਫ ਲਿਆ? ਕਦੀ ਤੁਸੀਂ ਕਾਂਗਰਸ ਨਾਲ ਹੋ ਜਾਂਦੇ ਹੋ, ਕਦੀ ਬੀਜੇਪੀ ਨਾਲ ਹੋ ਜਾਂਦੇ ਹੋ, ਕਦੀ ਆਮ ਆਦਮੀ ਪਾਰਟੀ ਨਾਲ ਹੋ ਜਾਂਦੇ ਹੋ। ਮੈਨੂੰ ਦੱਸੋ, ਇਹਨਾਂ ਨੇ ਅੱਜ ਤੱਕ ਤੁਹਾਡੇ ਕਤਲੇਆਮ ਦਾ ਕੀ ਕੀਤਾ? ਹਰਿਆਣਾ 'ਚ ਹੋਂਦ 'ਚ ਇੱਕ ਪੂਰਾ ਪਿੰਡ ਕਰਤਾ ਹੈਗਾ। ਜੇ ਤੁਸੀਂ ਇਦਾਂ ਹੀ ਰਹਿਣਾ ਚਾਹੁੰਦੇ ਹੋ, ਤੁਸੀਂ ਗੁਲਾਮੀ ਅਧੀਨ ਰਹਿਣਾ ਚਾਹੁੰਦੇ ਹੋ, ਫਿਰ ਤੁਸੀਂ 6ਵੇਂ ਪਾਸੇ ਦੇ ਵਾਰਿਸ ਕਿਵੇਂ ਹੋ ਸਕਦੇ ਹੋ? ਐ ਨਹੀਂ ਹੋ ਸਕਦਾ ਹੈਗਾ ਕਿ ਸਾਡੇ ਉੱਤੇ ਜ਼ੁਲਮ ਹੁੰਦਾ ਹੋਏ ਤੇ ਤੁਸੀਂ ਕਹੋ ਕਿ ਤੁਸੀਂ ਚੁੱਪ ਕਰ ਜਾਓ ਕਿਉਂਕਿ ਸਾਡੇ ਉੱਤੇ ਵੀ ਜ਼ੁਲਮ ਹੋ ਸਕਦਾ। ਇਹ ਸਿੱਖੀ ਦਾ ਰਾਹ ਨਹੀਂ ਹੈ, ਇਹ ਸਿੱਖਾਂ ਦਾ ਰਾਹ ਨਹੀਂ ਹੈ। ਸਿੱਖਾਂ ਦਾ ਰਾਹ ਹੈਗਾ ਖੁੱਲ ਕੇ ਬਾਬਰ ਤੂੰ ਹੈ ਜਾਬਰ ਕਹਿ ਕੇ, ਗਰਜਾ ਸਿੰਘ ਬੋਤਾ ਸਿੰਘ ਵਰਗੋਂ ਜਦ ਕੋਈ ਰਹਿ ਨਹੀਂ ਗਿਆ ਤਾਂ ਵੀ ਉੱਥੇ ਆਪਣੀ ਹੋਂਦ ਦਿਖਾਉਣ ਦਾ ਰਾਹ ਹੈਗਾ। ਤੇ ਮੈਂ ਆਪਣੇ ਦਿੱਲੀ ਦੇ ਹੋਣਹਾਰ ਸਿੱਖਾਂ ਨੂੰ ਬੇਨਤੀ ਕਰਦਾ, ਡਟ ਕੇ ਆਪਣੇ ਹੱਕਾਂ ਤੇ ਖੜੋ ਤੇ ਹੋਰਾਂ ਨੂੰ ਆਪਣੇ ਹੱਕ ਖੜਨ ਤੇ ਰੋਕੋ ਨਾ।
ਜਿਵੇਂ ਸਰਬੱਤ ਖਾਲਸਾ ਨੂੰ ਲੈ ਕੇ ਚਰਚਾਵਾਂ ਨੇ, ਤੁਹਾਨੂੰ ਨਹੀਂ ਲੱਗਦਾ ਕਿ ਸਰਬੱਤ ਖਾਲਸਾ ਨੂੰ ਲੈ ਕੇ ਸਿੱਖ ਕਾਹਲੀ ਕਰ ਸਕਦੇ ਨੇ? ਉਸ ਤੋਂ ਪਹਿਲਾਂ ਵੀ ਹੋਰ ਬੜੇ ਪੜਾਅ ਨੇ। ਕਰਨੈਲ ਸਿੰਘ ਪੰਜੋਲੀ ਕਹਿੰਦੇ ਨੇ ਕਿ ਇੱਕ ਪੰਥਕ ਕਨਵੈਨਸ਼ਨ ਸੱਦੀ ਜਾ ਸਕਦੀ ਹੈ ਕਿ ਸਾਰੇ ਦੁਨੀਆ ਦੇ ਵਿੱਚ ਸਿੱਖਾਂ ਦੇ ਨੁਮਾਇੰਦਗੀ ਕਰਨ ਵਾਲਿਆਂ ਨੂੰ, ਚਾਹੇ ਉਹ ਕਿਸੇ ਵੀ ਖੇਤਰ ਦੇ ਵਿੱਚ ਨੇ, ਉਹਨਾਂ ਨੂੰ ਇੱਕ ਥਾਂ ਦੇ ਉੱਤੇ ਇੱਕ ਮੀਟਿੰਗ ਦੇ ਵਾਸਤੇ ਸੱਦਿਆ ਜਾਵੇ, ਉੱਥੇ ਫੈਸਲੇ ਲਏ ਜਾਣ ਕਿ ਆਖਰ ਜਿਹੜੇ ਪੰਥ ਦੇ ਵਿੱਚ ਦੁਫਾੜ ਨੇ ਜਾਂ ਅੱਗੇ ਦੀਆਂ ਰਣਨੀਤੀਆਂ ਕਿਵੇਂ ਤਿਆਰ ਕਰਨੀਆਂ ਨੇ ਜਾਂ ਕਿਵੇਂ ਇੱਕ ਦੂਜੇ ਦੇ ਪ੍ਰਤੀ ਸਦਭਾਵਨਾ ਜਿਹੜੀ ਉਹ ਪੈਦਾ ਕਰਨੀ ਹੈ। ਸਰਬੱਤ ਖਾਲਸੇ ਤੋਂ ਪਹਿਲਾਂ ਕੋਈ ਹੋਰ ਕਦਮ ਵੀ ਹੋ ਸਕਦੇ ਨੇ? ਹੁੰਦੇ ਹੀ ਆ। ਹੁਣ ਅਸੀਂ ਸਾਲ 'ਚ ਇੰਨੀ ਵਾਰੀ ਇਕੱਠੇ ਹੁੰਦੇ ਆ ਸਿੱਖਾਂ ਦੇ ਤੌਰ ਤੇ। ਇੱਥੋਂ ਜਦ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਉੱਤੇ ਹਮਲੇ ਹੁੰਦੇ ਆ, ਆਪਾਂ ਅਨੰਦਪੁਰ ਸਾਹਿਬ ਇਕੱਠੇ ਹੁੰਦੇ ਆ, ਫਿਰ ਮੋਰਿੰਡੇ ਇਕੱਠੇ ਹੁੰਦੇ ਆ, ਭੱਠਾ ਸਾਹਿਬ ਇਕੱਠੇ ਹੁੰਦੇ ਆ, ਫਿਰ ਚਮਕੌਰ ਸਾਹਿਬ ਅਸੀਂ ਇਕੱਠੇ ਹੁੰਦੇ ਆ, ਫਿਰ ਇੱਧਰ ਉਤਲੇ ਆ ਜਿਹੜੇ ਪਿੰਡ ਆ ਜਾਂਦੇ ਉੱਥੇ ਇਕੱਠਾ ਹੁੰਦੇ ਆ, ਫਿਰ ਫਤਿਹਗੜ੍ਹ ਸਾਹਿਬ ਇਕੱਠੇ ਹੁੰਦੇ ਆ, ਉਸ ਤੋਂ ਬਾਅਦ ਆਪਾਂ ਮੁਕਤਸਰ ਇਕੱਠੇ ਹੁੰਦੇ ਆ, ਉਸ ਤੋਂ ਬਾਅਦ ਮਤਲਬ ਸਾਡਾ ਤਾਂ ਚੱਲੀ ਜਾਂਦਾ ਹੈ। ਠੀਕ ਹੈ ਨਾ ਜੀ। ਇਹ ਕੋਈ ਅੰਨਾ ਹੀ ਕਹਿ ਸਕਦਾ ਕਿ ਆਪਾਂ ਨੂੰ ਕਿਤੇ ਇਕੱਠ ਨਹੀਂ ਹੋ ਰਿਹਾ, ਤਾਂ ਹੋ ਰਹੇ ਆ, ਸਦਾ ਹੀ ਹੁੰਦੇ ਆ। ਅਸੀਂ ਹਰੇਕ ਤੇ ਜਾਂਦੇ ਆ। ਸਗੋਂ ਜਿਹੜੀ ਪੁੱਠੀ ਬੋਲੀ ਬੋਲਦੇ ਆ ਉਹ ਕਹਿੰਦੇ ਆ ਕਿ ਸਿੱਖਾਂ ਨੂੰ ਸਿਆਸੀ ਬੋਲ ਇਸ ਸਮਾਂ ਇਹੋ ਜਿਹੀਆਂ ਜਗ੍ਹਾ ਤੇ ਨਹੀਂ ਕਰਨਾ ਚਾਹੀਦਾ। ਉਹ ਪੁੱਠੀ ਸੋਚ ਉਧਰ ਨੂੰ ਤੋਰ ਰਹੇ ਹੈਗੇ ਆ। ਜਿਹੜਾ ਆਪਣਾ ਇਕੱਠ ਹੋਣਾ ਤਾਂ ਸਦਾ ਹੁੰਦਾ ਰਹੇਗਾ। ਉਹ ਗੁਰੂ ਸਾਹਿਬ ਨੇ ਤੋਰਿਆ ਹੋਇਆ, ਸਾਨੂੰ ਸੱਦੇ ਦਿੱਤੇ ਆ। ਹੁਣ ਦਮਦਮਾ ਸਾਹਿਬ ਵਿਸਾਖੀ ਤੇ ਚੱਲੇ ਆ, ਜਦ ਕਿ ਬਣਿਆ ਖਾਲਸਾ ਇੱਧਰ ਆਨੰਦਪੁਰ ਕੇਸਗੜ੍ਹ ਸਾਹਿਬ ਸੀਗਾ, ਪਰ ਅਸੀਂ ਉੱਥੇ ਮਨਾਉਂਦੇ ਹੈਗੇ ਆ ਕਿਉਂਕਿ ਉੱਥੇ ਦਮਦਮਾ ਗੁਰੂ ਸਾਹਿਬ ਨੇ ਲਿੱਤਾ ਸੀ ਤੇ ਆਪਾਂ ਸਾਰੇ ਪੰਜਾਬ ਨੂੰ ਕਵਰ ਕਰਨਾ ਹੈਗਾ। ਸੋ ਇਹ ਇਕੱਠ ਹੁੰਦੇ ਰਹਿੰਦੇ ਆ। ਪਰ ਮੇਰੇ ਹਿਸਾਬ ਨਾਲ ਜਿਹੜੀਆਂ ਧਿੜਾਂ ਹੈਗੀਆਂ ਉਹਨਾਂ ਦੇ ਵਿਚਾਰ ਹਮੇਸ਼ਾ ਕੁਛ ਨਾ ਕੁਛ ਵੱਖਰੇ ਹੋਣਗੇ, ਨਹੀਂ ਤਾਂ ਧਿੜ ਕਿਉਂ ਹੋਊਗੀ? ਠੀਕ ਹੈ ਨਾ ਜੀ। ਧਿੜਾਂ ਨੂੰ ਇਕੱਠਾ ਕਰਨਾ, ਉਹਦਾ ਜਿਹੜਾ ਢਾਂਚਾ ਹੈ, ਉਹ ਢਾਂਚੇ ਕਿਸ ਅਧੀਨ ਅਸੀਂ ਇਕੱਠਾ ਹੋਣਾ, ਉਹ ਸਭ ਤੋਂ ਅਹਿਮ ਗੱਲ ਹੈ ਕਿ ਕਿਵੇਂ ਆਪਾਂ ਨੇ ਆਪਣੇ ਜਥੇਦਾਰ ਚੁਣਨੇ ਆ, ਕਿਵੇਂ ਆਪਾਂ ਨੇ ਗੁਰੂ ਘਰ ਚਲਾਣੇ ਹੈਗੇ ਆ, ਕੀ ਢਾਂਚਾ ਦੇਣਾ। ਤੇ ਉਹ ਮੇਰਾ ਖਿਆਲ ਜਮਹੂਰੀਅਤ ਤੋਂ ਇਲਾਵਾ ਹੋਰ ਕੋਈ ਢਾਂਚਾ ਨਹੀਂ ਹੋ ਸਕਦਾ ਹੈਗਾ। ਉਹਦੇ ਵਿੱਚ ਸੰਗਤ ਨੂੰ ਕਿੰਨਾ ਹਿੱਸਾ ਦੇਣਾ, ਡਾਇਰੈਕਟ ਡੈਮੋਕ੍ਰੇਸੀ ਕਿੰਨੀ ਦੇਣੀ ਹੈ, ਰੈਪਰੈਜ਼ੈਂਟੇਟਿਵ ਗਵਰਨਮੈਂਟ ਕਿੰਨੀ ਬਣਾਉਣੀ ਹੈਗੀ ਆ ਉਹਦੇ ਵਿੱਚ, ਕਿ ਕਿਵੇਂ ਆਪਾਂ ਨੇ ਆਪਣੇ ਗੁਰੂ ਘਰਾਂ ਦੀ ਗਵਰਨੈਂਸ ਕਰਨੀ ਹੈਗੀ ਹੈ। ਮਾਡਰਨ ਜਿਹੜੀ ਪੋਲੀਟੀਕਲ ਥਿਓਰੀ ਆ ਉਹਦਾ ਵੀ ਅਸੀਂ ਫਾਇਦਾ ਲਈਏ, ਮਾਡਰਨ ਟੈਕਨੋਲੋਜੀ ਦਾ ਫਾਇਦਾ ਲਈਏ ਕਿ ਅਸੀਂ ਵੋਟਿੰਗ ਸਿਸਟਮ ਆਨਲਾਈਨ ਕਰ ਸਕੀਏ, ਸੰਗਤ ਗੁਰੂ ਦੇ ਮਤ ਨਾਲ ਜੁੜੀ ਰਹੇ। ਠੀਕ ਹੈ ਨਾ ਜੀ। ਇਹੋ ਜਿਹਾ ਸਿਸਟਮ ਤਿਆਰ ਕਰਕੇ ਉਹਦੇ ਉੱਤੇ ਉਹਨੂੰ ਲਾਗੂ ਕਰਨਾ ਮੇਰਾ ਖਿਆਲ ਇੱਕ ਏਜੰਡਾ ਹੋਣਾ, ਕਿਉਂਕਿ ਜਦ ਉਹ ਬਣ ਗਿਆ ਫਿਰ ਬਾਕੀ ਜਿਹੜੇ ਤੁਸੀਂ ਮੁੱਦੇ ਕਰਨੇ ਆ ਉਹ ਸਿਸਟਮ ਰਾਹੀਂ ਤੁਸੀਂ ਲਗਾਤਾਰ ਕਰੀ ਜਾਓਗੇ, ਜੋ ਕਿ ਐਸਜੀਪੀਸੀ ਦਾ ਮਕਸਦ ਸੀ। ਪਰ ਭਾਰਤ ਨੇ ਇਹਨੂੰ ਤੋੜ ਕੇ ਭੰਗ ਕਰਕੇ ਵੱਢ ਕੇ ਸੁੱਟਤਾ। ਤੁਹਾਡਾ ਮਤ ਇਹ ਹੈ ਕਿ ਵੀ ਐਸਜੀਪੀਸੀ ਦੇ ਉੱਤੇ ਇੰਡੀਅਨ ਕਨਸਟੀਟਿਊਸ਼ਨ ਦਾ ਕੰਟਰੋਲ ਨਹੀਂ ਹੋਣਾ ਚਾਹੀਦਾ? ਇੰਡੀਅਨ ਕਨਸਟੀਟਿਊਸ਼ਨ ਦਾ ਕੰਟਰੋਲ ਹੋਏ ਨਾ ਹੋਏ, ਐਸਜੀਪੀਸੀ ਬਣੀ ਸਿੱਖਾਂ ਵਾਸਤੇ ਹੈ। ਸਿੱਖ ਦਾ ਡੈਫੀਨੇਸ਼ਨ ਇੰਡੀਅਨ ਨਹੀਂ ਹੈ। ਸਿੱਖ ਦੀ ਡੈਫੀਨੇਸ਼ਨ ਗੁਰੂ ਨੂੰ ਮੰਨਣ ਵਾਲਾ, ਚਾਹੇ ਉਹ ਅਰਜਨਟੀਨਾ 'ਚ ਰਹਿ ਰਿਹਾ, ਚਾਹੇ ਉਹ ਕੈਨੇਡਾ 'ਚ ਰਹਿ ਰਿਹਾ, ਸਿੱਖ ਦੇ ਉੱਤੇ ਅਕਾਲ ਤਖਤ ਦਾ ਹੁਕਮ ਲਾਗੂ ਹੁੰਦਾ ਹੈ ਇਤਿਹਾਸਿਕ ਤੌਰ ਤੇ, ਪਰ ਉਹਦੀ ਬਣਤਰ 'ਚ ਵੀ ਹਿੱਸੇਦਾਰ ਹੋਣਾ ਚਾਹੀਦਾ ਹੈ। ਠੀਕ ਹੈ ਨਾ ਜੀ। ਸੋ ਇਸ ਪੱਖੋਂ ਜਿਹੜਾ ਰਿਸਟ੍ਰਿਕਟ ਕੀਤਾ ਗਿਆ ਇਹ ਸਾਡੇ ਮਰਿਆਦਾ ਦੇ ਬਰਖਲਾਫ ਹੈ। ਮੈਂ ਐਂਟੀ ਇੰਡੀਆ ਦੀ ਸੋਚ ਨਹੀਂ ਮੈਂ ਰੱਖ ਰਿਹਾ ਹੈਗਾ ਇਸ ਮੌਕੇ ਤੇ, ਮੈਂ ਪ੍ਰੋ ਸਿੱਖੀ ਦੀ ਸੋਚ ਰੱਖ ਰਿਹਾ ਕਿ ਸਿੱਖ ਹੈ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਸੰਸਥਾ ਹੈ ਕਿ, ਤੇ ਉਹਨੂੰ ਬਣਨਾ ਕਿਵੇਂ ਚਾਹੀਦਾ ਹੈਗਾ। ਸਾਡਾ ਇਕੱਠਾ ਹਾਊਸ, ਡੈਮੋਕ੍ਰੈਟਿਕ ਹਾਊਸ ਦੇ ਕੀ ਰੋਲ ਹੋਣੇ ਚਾਹੀਦੇ ਆ, ਅਮਰੀਕਨ ਸਿਸਟਮ ਵਾਂਗੂ ਸੈਪਰੇਸ਼ਨ ਆਫ ਪਾਵਰ ਹੋਣੀ ਚਾਹੀਦੀ ਹੈ ਕਿ ਅਕਾਲ ਤਖਤ ਸਾਹਿਬ ਕੋਈ ਗੱਲ ਕਰਦੇ ਆ ਪ੍ਰੈਜ਼ੀਡੈਂਟ ਵਾਂਗੂ, ਉਹ ਹਾਊਸ 'ਚ ਉਹਦੇ ਕੋਲੇ ਜਿਹੜੀ ਪਾਵਰ ਆਫ ਦ ਪਰਸ, ਪੈਸਾ ਉਸ 'ਤੇ ਖਰਚ ਨਹੀਂ, ਉਹਦੀ ਨੈਗੋਸ਼ੀਏਸ਼ਨ, ਕਾਨੂੰਨਦਾਨ ਵੱਖਰੀ ਹੁੰਦੀ ਹੈ। ਇਹ ਸਾਰਾ ਸਿਸਟਮ ਆਪਾਂ ਕਿਵੇਂ ਸੈਟਅਪ ਕਰਨਾ ਹੈ। ਜਿਹੜਾ ਇਤਿਹਾਸਿਕ ਤੌਰ 'ਤੇ ਅਕਾਲ ਤਖਤ ਸਾਹਿਬ ਦੀ ਜੁਰਿਸਡਿਕਸ਼ਨ ਹੈ, ਉਹਨਾਂ ਦੀ ਸੋਚ ਹੈ, ਉਹ ਕਿਵੇਂ ਆਪਾਂ ਨੇ ਵਰਤਣੀ ਹੈਗੀ ਹੈ, ਉਹਦੇ ਵਿੱਚ ਮੋਡੀਫਿਕੇਸ਼ਨ ਕਰਨੀ ਹੈ ਨਹੀਂ ਕਰਨੀ ਹੈਗੀ ਹੈ। ਇਹ ਸਾਰੀਆਂ ਚੀਜ਼ਾਂ ਐਸਜੀਪੀਸੀ ਦਾ ਰੋਲ ਕਿੰਨਾ ਵਧਾਉਣਾ, ਕਿਉਂਕਿ ਅੱਜ ਦੇ ਦਿਨ ਅਕਾਲ ਤਖਤ ਦੇ ਜਥੇਦਾਰ ਸਿਰਫ ਤੇ ਸਿਰਫ ਐਸਜੀਪੀਸੀ ਦੇ ਹਾਊਸ ਚੋਂ ਨਿਕਲਦੇ। ਪਰ ਤੁਹਾਨੂੰ ਲੱਗਦਾ ਕਿ ਜਿਹੜੇ ਸਿੱਖ ਆਗੂ ਨੇ ਉਹ ਇੰਨੇ ਜ਼ਿਆਦਾ ਡਿਪਲੋਮੈਟਿਕ ਹੈਗੇ ਨੇ ਵੀ ਉਹ ਇੰਨੀ ਦੂਰ ਤੱਕ ਦੀ ਸੋਚ ਸਕਣ ਤੇ ਇੰਨੀਆਂ ਰਣਨੀਤੀਆਂ ਘੜ ਸਕਣ? ਵਾਰਿਸ ਕਹਦੇ ਹੋ ਤੁਸੀਂ। ਉਹ ਬਾਬੇ ਨੇ ਜਿਹੜਾ ਕਿਹਾ ਬਾਬਰ ਤੂੰ ਹੈ ਜਾਬਰ ਜਿਹਨੇ ਜਨੇਊ ਨਹੀਂ ਪਾਇਆ, ਤੇ ਅੱਗੇ ਇਹੋ ਜਿਹੀ ਲਹਿਰ ਤੋਰਤੀ ਜਿਹੜੀ ਅੱਜ ਤੱਕ ਤੁਹਾਡੇ ਮੇਰੇ ਵਰਗੇ ਨੂੰ ਉਹਦੇ ਨਾਲ ਜੋੜੀ ਰੱਖਦੀ ਹੈ। ਐਡੀ ਦੂਰਅੰਦੇਸ਼ੀ ਸਾਡੇ ਸਿੱਖੀ 'ਚ ਹੈਗੀ ਹੈ। ਇਹ ਕਿਹੋ ਜਿਹੀ ਗੱਲ ਤੁਸੀਂ ਕਰਤੀ? ਮੈਂ ਮੌਜੂਦਾ ਸਮੇਂ ਦੀ ਗੱਲ ਕਰਦਾ। ਮੌਜੂਦਾ 'ਚ ਕੀ ਫਰਕ ਹੈ? ਕੋਈ ਦਬਿਆ, ਕੋਈ ਕੁਚਲਿਆ, ਕੋਈ ਉੱਠਿਆ, ਕੋਈ ਜਾਗਰੂਕ ਹੈ। ਸਿੱਖੀ ਹੈ, ਸਿੱਖੀ ਤਾਂ ਚੱਲਦੀ ਜਾਣੀ ਆ। ਇੰਨੀ ਹੋਮੇ ਨਹੀਂ ਰੱਖੀ ਦੀ ਹੁੰਦੀ ਕਿ ਇਹ ਮਾੜਾ ਹੈ, ਇਹ ਚੰਗਾ ਹੈ। ਸਾਰਿਆਂ 'ਚ ਸਿੱਖੀ ਜਿਹਦੀ ਬਸਦੀ ਆ ਉਹਨੂੰ
ਸਿੱਖੀ ਦੇ ਤੌਰ ਤੇ ਜਗਾਉਣਾ ਚਾਹੀਦਾ, ਤੋਰਨਾ ਚਾਹੀਦਾ ਹੈਗਾ। ਗਰਜਾ ਸਿੰਘ ਬੋਤਾ ਸਿੰਘ ਜਦ ਕਹਿੰਦੇ ਸੀਗੇ ਸਿੱਖ ਖਤਮ ਹੋ ਗਏ, ਉਦੋਂ ਖੜ ਕੇ ਸਿੱਖੀ ਦਿਖਾਤੀ ਸੀ। ਸਿੱਖੀ ਨਹੀਂ ਮਰਦੀ ਹੈਗੀ, ਤੇ ਨਾ ਕੋਈ ਇਸ 'ਚ ਬੇਵਕੂਫ ਬੁੱਧੂ ਹੈ, ਇਸ 'ਚ ਆਪਾਂ ਇਕੱਠੇ ਹੋ ਕੇ ਤੁਰੀਏ ਅੱਗੇ ਨੂੰ। ਇਸ 'ਚ ਜਿਵੇਂ ਦੇ ਹਾਲਾਤ ਬਣੇ ਨੇ, ਸਿੱਖ ਨੌਜਵਾਨ ਤਾਂ ਬੜਾ ਨਿਰਾਸ਼ ਹੋ ਚੁੱਕੇ ਉਸ ਦੇ ਵਿੱਚੋਂ, ਡਰ ਹੈ ਇੱਕ ਅੰਦਰ ਨੌਜਵਾਨਾਂ ਦੇ। ਉਹ ਤਾਂ ਭਾਰਤ ਪਰਦੀ ਹੈ ਯਾਰ, ਇਹ ਨਵੀਂ ਥਾਂ ਗੱਲ ਥੋੜੀ ਹੈ। ਸਾਡੀ ਪਾਰਟੀ ਨੂੰ ਕਦੀ ਵੋਟ ਬਿਲਕੁਲ ਨਹੀਂ ਪੈਂਦੀ ਸੀਗੀ, ਹੁਣ ਪੈਣ ਲੱਗ ਪਈ ਹੈਗੀ ਆ। ਸਿੱਖੀ ਦਾ ਮਤਲਬ ਇਹ ਥੋੜੀ ਹੈ ਕਿ ਤੁਸੀਂ ਨਿਰਾਸ਼ ਹੋ ਜਾਓ, ਜਾਂ ਜਦ ਦਸਮ ਪਿਤਾ ਉੱਠ ਕੇ ਤੁਰੇ ਹੈ, ਹੁਣ ਉਹਨਾਂ ਨੂੰ ਦਮਦਮਾ ਸਾਹਿਬ ਜਦ ਪੁੱਛਿਆ ਸੀਗਾ ਕਿ ਤੁਸੀਂ ਆਪਣੇ ਦੋ ਸਪੂਤ ਚਮਕੌਰ 'ਚ, ਫਤਿਹਗੜ੍ਹ ਸਾਹਿਬ 'ਚ ਮਾਤਾ ਜੀ ਪਿਤਾ ਜੀ ਸਾਰੇ ਗਵਾਤੇ, ਉਹਨਾਂ ਦਾ ਜਵਾਬ ਕੀ ਸੀ? ਜਬ ਲੱਗ ਗਏ ਖਾਲਸਾ, ਜਬ ਲਗ ਖਾਲਸਾ ਰਹੇ ਨਿਆਰਾ। ਇਹ ਤਾਂ ਸੌਰੀ ਆਪਣਾ ਵਿਪਰਨ ਕੀ ਰੀਤ ਹੈ। ਉਹਨਾਂ ਨੇ ਕਿਹਾ ਸੀਗਾ, ਹਾਂ, ਇਨ ਪੁੱਤਰਨ ਕੇ ਸੀਸ ਪਰ ਵਾਰ ਦਿਏ ਸੂਤ ਚਾਰ ਚਾਰ ਮੂਏ ਤੋਂ ਕਿਆ ਹੁਆ, ਜੀਵਤ ਕਈ ਹਜ਼ਾਰ ਉੱਥੇ ਇਕੱਠੇ ਹੋਣੇ ਆ ਹਜੇ, ਅਸੀਂ ਥੋੜੀ ਖਤਮ ਹੋ ਸਕਦੇ ਹਾਂ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਹੜੀ ਚੀਜ਼ ਤੋਰੀ ਹੈ, ਉਹਨੂੰ ਅਸੀਂ ਮਨਾਉਣ ਦਮਦਮਾ ਸਾਹਿਬ ਜਾ ਰਹੇ ਹਾਂ, ਉੱਥੇ ਇਕੱਠੇ ਹੋਣਾ ਹੀ ਹੋਣਾ ਹੈ। ਠੀਕ ਹੈ ਨਾ ਜੀ। ਹੁਣ ਇਹ ਦੇਖੋ, ਜਿਹੜੀ ਸਿੱਖੀ ਨੇ ਜਾਤ ਪਾਤ ਨਾਲ ਲੜਾਈ ਲੜੀ, ਜਿਹੜੀ ਸਿੱਖੀ ਨੇ ਆਪਣੇ ਮੁਗਲ ਹਕੂਮਤ ਨਾਲ ਲੜਾਈ ਲੜੀ, ਠੀਕ ਹੈ ਨਾ ਜੀ, ਉਹਨੇ ਇੰਨਾ ਇਸ ਧਰਤੀ ਦੇ ਉੱਤੇ ਮਨੁੱਖੀ ਅਧਿਕਾਰਾਂ ਦੇ ਉੱਤੇ ਪਹਿਰਾ ਦਿੱਤਾ। ਉਹਦੇ ਵਿੱਚੋਂ ਦਸਮ ਪਿਤਾ ਨੇ ਖਾਲਸਾ ਤਿਆਰ ਕੀਤਾ, ਖਾਲਸਾ ਰਾਜ ਦੇ ਮਗਰ ਉਹਨਾਂ ਨੇ ਜੰਗਾਂ ਲੜੀਆਂ, ਆਪਣਾ ਸਰਬੰਸ ਦਾਨਤਾ, ਠੀਕ ਹੈ ਨਾ ਜੀ। ਉਹ ਖਾਲਸਾ ਰਾਜ ਦੀ ਭਾਲ 'ਚ ਬਾਬਾ ਬੰਦਾ ਸਿੰਘ ਬਹਾਦਰ ਨੇ ਇਸ ਧਰਤੀ ਤੇ ਪਹਿਲਾ ਖਾਲਿਸਤਾਨ ਬਣਾਇਆ ਹੈਗਾ। ਇਹ ਕਿਹਦੇ ਲਈ ਸੀ? ਮਨੁੱਖਤਾ ਨੂੰ ਆਜ਼ਾਦ ਕਰਨ ਵਾਸਤੇ, ਜ਼ਿਮੀਂਦਾਰਾਂ ਨੂੰ ਵਾਹੁਣ ਦੇ ਹੱਕ ਦੇਣ ਵਾਸਤੇ। ਇਹ ਖਾਲਿਸਤਾਨ ਇੱਕ ਲਿਬਰੇਟਿੰਗ ਫੋਰਸ ਹੈ। ਤੇ ਅੱਜ ਖਾਲਿਸਤਾਨ ਨੂੰ ਇਹ ਦੇਸ਼ ਕਿਵੇਂ ਦੇਖਦਾ ਹੈ? ਖਾਲਿਸਤਾਨੀ ਜਿਵੇਂ ਸ਼ੂਦਰ ਨੂੰ ਨੀਚ ਕਰਕੇ ਮਨੂ ਨੇ ਬਿਲਕੁਲ ਗੰਦਾ ਬਣਾਤਾ ਸੀਗਾ, ਅੱਜ ਸਾਡੇ ਹਰਮਨ ਪਿਆਰੇ ਦਸਮ ਪਿਤਾ ਦੇ ਖਾਲਸਾ ਸੋਚ ਨੂੰ, ਖਾਲਸਾ ਰਾਜ ਨੂੰ, ਖਾਲਿਸਤਾਨ ਨੂੰ ਇੱਕ ਇੰਨੀ ਗੰਦੀ ਜਿਵੇਂ ਮਨੂ ਸ਼ੂਦਰ ਨੂੰ ਦੇਖਦਾ, ਇਹੋ ਜੀ ਚੀਜ਼ ਬਣਾਤਾ। ਇਹਨਾਂ ਦੇ ਪਾਰਲੀਮੈਂਟ 'ਚ ਇਹਨਾਂ ਨੇ ਮਤਾ ਪਾਤਾ ਹੈਗਾ ਕਿ ਖਾਲਿਸਤਾਨ ਲਫ਼ਜ਼ ਹੀ ਨਹੀਂ ਬੋਲਣਾ ਜਾ ਸਕਦਾ। ਤੇ ਫਿਰ ਇਹ ਖਾਲਸੇ ਨੂੰ ਕੀ ਸਮਝਦੇ ਆ ਕਿ ਅਸੀਂ ਮਨੂ ਦੇ ਸ਼ੂਦਰ ਬਣ ਜਾਾਂਗੇ? ਬਿਲਕੁਲ ਨਹੀਂ। I am proud to be Guru Gobind Singh. I am proud to be a part of his Khalsa. I am proud to be a Khalistani. I love Khalistan. ਮੈਂ ਹਿੰਦੁਸਤਾਨ ਨੂੰ ਸਪਸ਼ਟ ਕਹਿ ਰਿਹਾ, ਜਿਹੜੀ ਗਾਲ ਤੁਸੀਂ ਸਾਨੂੰ ਕੱਢ ਰਹੇ ਹੋ ਕਿ ਖਾਲਿਸਤਾਨੀ ਆ, ਉਹ ਜਿਵੇਂ ਮੁਗਲ ਭਜੰਗੀ ਕਰਕੇ ਸਾਹਿਬਜ਼ਾਦਿਆਂ ਨੂੰ ਕਹਿੰਦੇ ਸੀ, ਅਸੀਂ ਪ੍ਰਾਈਡ ਨਾਲ ਗੁਰੂ ਗੋਬਿੰਦ ਸਿੰਘ ਦੇ ਖਾਲਿਸਤਾਨੀ ਆਪਦੇ ਆਪ ਨੂੰ ਕਹਾਉਂਦੇ ਆ। ਤੇ ਖਾਲਿਸਤਾਨੀ ਸਰਬੱਤ ਦੇ ਭਲੇ ਹਰੇਕ ਵਾਸੀ ਇਸ ਧਰਤੀ ਦੇ ਉੱਤੇ ਉਹਦੇ ਹੱਕ 'ਚ, ਉਹਦੇ ਪਹਿਰੇ ਤੇ ਖੜਨ ਨੂੰ ਤਿਆਰ ਹੈਗਾ, ਤੇ ਖਾਲਿਸਤਾਨੀ ਆਪਣੇ ਹੱਕ ਹਕੂਕ ਨੂੰ ਪਹਿਰਾ ਵੀ ਦਊਗਾ। ਮੇਰਾ ਆਖਰੀ ਸਵਾਲ ਹੈ ਕਿ 2024 ਦੀਆਂ ਲੋਕ ਸਭਾ ਚੋਣਾਂ ਆਉਣ ਵਾਲੀਆਂ ਨੇ, ਉਹ ਤੋਂ ਪਹਿਲਾਂ ਇੱਕ ਪ੍ਰੈਕਟਿਸ ਮੈਚ ਦੀ ਤਰ੍ਹਾਂ ਜਲੰਧਰ ਜਿਮਨੀ ਚੋਣਾਂ ਮਿਲੀਆਂ ਨੇ, ਤਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਚੋਣਾਂ ਲੜੂਗਾ, ਅਤੇ 2024 ਦੀਆਂ ਚੋਣਾਂ ਨੂੰ ਲੈ ਕੇ ਤੁਹਾਡੀ ਨੀਤੀ ਕੀ ਹੈ? ਮੇਰਾ ਖਿਆਲ ਹੈ ਸਾਡੇ ਕੋਲੇ ਕੋਈ ਆਪਸ਼ਨ ਨਹੀਂ, ਸਾਨੂੰ ਉੱਥੇ ਜਾ ਕੇ ਖੜਨਾ ਪੈਣਾ, ਕਿਉਂਕਿ ਅੱਜ ਦੇ ਦਿਨ 'ਚ ਜਿਹੜੀਆਂ ਉੱਥੇ ਪਾਰਟੀਆਂ ਖੜੀਆਂ, ਆਮ ਆਦਮੀ ਪਾਰਟੀ ਨੇ ਸਪਸ਼ਟ ਕਹਿਤਾ ਹੈ ਕਿ ਅਸੀਂ ਸਤਿਕਾਰਯੋਗ ਹਿੰਦੂ ਧਰਮ ਦੇ ਲక్ష్ਮੀ ਮਾਤਾ ਨੂੰ ਨੋਟਾਂ ਤੇ ਛਪਾ ਕੇ ਸਾਰੇ ਭਾਰਤ 'ਚ ਹਿੰਦੂਤਵਾ ਫੈਲਾਉਣੀ ਹੈ, ਤਾਂ ਕਿ ਜਦ ਗੁਰਦੁਆਰਾ ਵੀ ਮੱਥਾ ਟੇਕੋ, ਉੱਥੇ ਲక్ష్ਮੀ ਜੀ ਦੀ ਫੋਟੋ ਤੁਸੀਂ ਆਪਦੇ ਤੋਸ਼ੇ ਆਪਣੇ ਗੋਲਕ 'ਚ ਪਾਉਂਗੇ ਜੀ। ਉਹ ਜਿਹੜਾ ਸਿੰਘ ਸਭਾ ਨੇ ਲਹਿਰ ਤੋਰੀ ਸੀ, ਉਹਨੂੰ ਖਤਮ ਕਰਨਾ ਚਾਹੁੰਦੀ ਹੈ। ਸਪਸ਼ਟ ਕਹਿੰਦਾ ਹੈ ਕਿ ਅਸੀਂ ਹਿੰਦੂਤਵਾ ਦੇ ਪੱਖ 'ਚ ਹੈਗੇ ਹਾਂ। ਬੀਜੇਪੀ ਹਿੰਦੂਤਵਾ ਦੇ ਪੱਖ 'ਚ ਹੈਗੀ ਹੈ, ਸਪਸ਼ਟ ਉਹਨਾਂ ਦਾ ਹੈਗਾ ਬਿਆਨ। ਫਿਰ ਕਾਂਗਰਸ ਹਮੇਸ਼ਾ ਘੱਟ ਗਿਣਤੀਆਂ ਤੇ ਮਾਈਨੋਰਿਟੀਜ਼ ਦੇ ਉੱਤੇ ਧੱਕਾ ਕਰਕੇ, ਜਿਵੇਂ 1984 'ਚ ਉਹਨਾਂ ਨੇ ਹਮੇਸ਼ਾ ਮੁੱਖ ਧਾਰਾ ਦੀ ਵੋਟ ਲੈਣ ਦਾ ਯਤਨ ਕੀਤਾ। ਕੋਈ ਕਹੇ ਨਾ ਕਹੇ, ਮੰਨੇ ਨਾ ਮੰਨੇ, ਕਾਂਗਰਸ ਬੀਜੇਪੀ ਤੋਂ ਵੱਡੀ ਹਿੰਦੂਤਵਾ ਫੋਰਸ ਹੈਗੀ ਹੈ। ਉਹਦੇ ਵਿੱਚ RSS ਦੇ ਮੈਂਬਰ ਪਲੇ ਹੈ, ਬਸੇ ਹੈ। ਉਹਨਾਂ ਦਾ ਜਿਹੜੇ RSS ਦੇ ਵੀ ਜਿਨ੍ਹਾਂ ਨੂੰ ਪ੍ਰਸ਼ੰਸਾ ਕਰਦੇ ਹੈਗੇ ਪਟੇਲ ਵਰਗੇ, ਉਹ ਸਾਰੇ ਕਾਂਗਰਸ ਦੇ ਮੈਂਬਰ ਸੀਗੇ। ਕਾਂਗਰਸ ਮੁੱਢ ਤੋਂ ਇੱਕ ਮੈਜੋਰਿਟੇਰੀਅਨ ਪਾਰਟੀ ਦੇ ਰੂਪ ਦੇ ਵਿੱਚ ਮੈਜੋਰਿਟੀ ਦੀ ਗੱਲ ਕਰਦੀ ਰਹੀ ਹੈ। ਇਸ ਤੋਂ ਇਲਾਵਾ ਜਿਹੜੇ ਅਕਾਲੀ ਔਰ BSP ਹੈ, ਉਹਨਾਂ ਨੇ ਮੋਦੀ ਨੂੰ ਜੱਫੀਆਂ ਪੱਪੀਆਂ ਪਾ ਕੇ ਬੀਜੇਪੀ ਨਾਲ ਇਹੋ ਜਿਹੇ ਹੋਲੀਆਂ ਖੇਡੀਆਂ ਕਿ ਅਸੀਂ ਤੇਰੇ ਨਾਲ ਹੀ ਹੈ,
ਉਹ ਤਾਂ ਹੁਣ ਵੀ ਸੁਖਬੀਰ ਕਹਿੰਦਾ ਕਿ ਅਸੀਂ ਬੀਜੇਪੀ ਦੇ ਹਿੱਸੇ ਹਾਂ, ਬੀਜੇਪੀ ਕਹਿੰਦੀ ਜਾ ਅਸੀਂ ਨਹੀਂ ਤੈਨੂੰ ਪਿਆਰ ਕਰਦੇ ਹੈਗੇ। ਬੀਐਸਪੀ ਬੀਜੇਪੀ ਨਾਲ ਅਲਾਇੰਸ ਬਣਾਉਂਦੀ ਹੈਗੀ ਹੈ। ਮੇਰਾ ਖਿਆਲ ਅੱਜ ਉਹ ਮਨੁੱਖਤਾ ਅਧੀਨ ਜਿਹੜੀ ਗੁਰੂ ਸਾਹਿਬ ਕਹਿੰਦੇ ਆ, ਨਾ ਹਮ ਭੈਰੋ ਮਹੱਲਾ ਪੰਜਵਾਂ, ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਾ ਰਾਮ ਕੇ ਪਿੰਡ ਪ੍ਰਾਨ, ਹਮ ਕਾਬੇ ਜਾਓ ਨਾ ਤੀਰਥ ਪੂਜਾ, ਏਕੋ ਸੇਵੀ ਅਵਰ ਨਾ ਦੂਜਾ, ਪੂਜਾ ਕਰਿਓ ਨਾ ਨਿਵਾਜ ਗੁਜ਼ਾਰੋ, एक निरंकार के हृदय नमस्कारो, वर्त ना रहाओ ना मैं रमदान, तिस सेवी जो रखे निदान, एक गुसाई अल्लाह मेरा, हिंदू तुर्क दोहों नबेरा। असी ना हिंदू हैं ना मुसलमान है, पर धारा 25 की कहती है, धारा 25 जिहड़ी संविधान दी है कहती है, वो कहती है कि reference to Hindu shall be construed as including a reference to persons professing the Sikh, Jain, Buddh। सानू हिंदू बनाता, ਜਿਹੜਾ ਹਿੰਦੂ ਮੈਰਿਜ ਐਕਟ ਹੈ ਉਹਦੇ ਵਿੱਚ ਸਾਨੂੰ ਪਾਤਾ, ਆਨੰਦ ਕਾਰਜ ਮੈਰਿਜ ਐਕਟ ਨਹੀਂ ਸਾਡਾ ਲਾਗੂ ਕੀਤਾ ਹੈਗਾ। ਸਾਨੂੰ ਇਹਨਾਂ ਨੇ ਧੱਕੇ ਨਾਲ, ਜਿਵੇਂ ਮੰਨੂ ਕਹਿੰਦਾ ਨਾ ਕਿ ਤੂੰ ਸ਼ੂਦਰ ਹੈ, ਤੂੰ ਗੰਦਾ ਹੈ, ਤੂੰ ਇਸ 'ਚ ਪੈ ਜਾ, ਧੱਕਾ ਸਾਡੇ ਨਾਲ ਕਰੀ ਜਾਂਦੇ ਯਾਰ। ਅਸੀਂ ਕਿੱਥੋਂ ਹੋ ਗਏ ਹਿੰਦੂ? ਆ ਪੰਚਮ ਪਿਤਾ ਦੀ ਬਾਣੀ ਹੈ, ਪਹਿਲੇ ਪਿਤਾ ਨੇ ਸਾਨੂੰ ਕਹਿਤਾ ਅਸੀਂ ਨਹੀਂ ਹੈਗੇ ਹਿੰਦੂ। ਡਾਕਟਰ BR ਅੰਬੇਦਕਰ ਨੇ ਕਿਹਾ ਆਈ ਐਮ ਨਾਟ ਏ ਹਿੰਦੂ, ਠੀਕ ਹੈ ਨਾ ਜੀ। ਸੋ ਇਹ ਜਿਹੜੀ ਸੈਂਟਰਵਾਦੀ ਸੋਚ ਇਕੱਠੀ ਹੋ ਕੇ ਉੱਥੇ ਘੇਰਾ ਪਾ ਰਹੀ ਹੈ ਸਾਡੇ ਉੱਤੇ, ਸਾਨੂੰ ਉੱਥੇ ਖੜਨਾ ਹੀ ਪੈਣਾ ਹੈ, ਚਾਹੇ ਉੱਥੇ ਸਾਡਾ ਇਤਿਹਾਸਿਕ ਤੌਰ ਤੇ ਇੰਨੇ ਹੀ ਵਰਕਰ ਹੈ ਨਹੀਂ ਗੇ, ਪਰ ਸਾਨੂੰ ਖੜਨਾ ਹੀ ਪੈਣਾ। ਕੱਲ ਸਿੱਖ ਨਾ ਕਹਿ ਦੇਣ ਕਿ ਜੀ ਸਾਡੇ ਕੋਲੇ ਹੋਰ ਕੋਈ ਆਪਸ਼ਨ ਨਹੀਂ ਸੀ, ਘੱਟ ਗਿਣਤੀ ਨਾ ਕਹਿ ਦੇਣ ਕਿ ਸਾਡੇ ਕੋਲੇ ਕੋਈ ਹੋਰ ਆਪਸ਼ਨ ਨਹੀਂ ਸੀ ਜੀ, ਅਸੀਂ ਤਾਂ ਮਜਬੂਰਨ ਪਾਤੀ। ਇਹ ਸੰਗਤਾਂ ਨੂੰ ਸੋਚਣਾ ਪੈਣਾ ਹੈ ਕਿ ਹਾਂ ਅਸੀਂ ਕਹਿੰਦੇ ਹਾਂ ਆਪਣੇ ਹੱਕਾਂ ਤੇ ਖੜਨਾ ਹੈ, ਪੰਜਾਬ ਦੇ ਪੱਖ 'ਚ ਖੜਨਾ ਹੈ। ਇਹਨਾਂ ਨੇ ਤਾਂ ਸਾਡੀ ਇਕਨੋਮੀ ਖਤਮ ਕਰਤੀ। 70% ਸਾਡਾ ਜਿਹੜਾ ਆਵਾਜਾਵੀ ਤੇ ਇਕਨੋਮੀ ਹੁੰਦੀ ਸੀ ਆ ਲਹਿੰਦੇ ਪੰਜਾਬ, ਪਾਕਿਸਤਾਨ ਦੇ ਪੰਜਾਬ ਨਾਲ ਹੁੰਦੀ ਸੀ। ਉੱਥੇ ਰਿਗਵੇਦ ਲਿਖੇ ਗਏ ਹੈਗੇ ਆ, ਉੱਥੇ ਸਾਡੇ ਨਨਕਾਣਾ ਸਾਹਿਬ ਹੈਗੇ ਆ। ਇਹ ਤਾਂ ਉੱਥੇ 24 ਘੰਟੇ ਲੜ ਕੇ ਨਿਊਕਲੀਅਰ ਵਾਰ ਦਾ ਮਾਹੌਲ ਬਣਾਉਂਦੇ ਆ। ਵੀ ਵਾਂਟ ਫ੍ਰੀ ਟ੍ਰੇਡ, ਬਾਰਡਰ ਖੋਲੋ। ਅੱਜ ਤੁਸੀਂ ਕੋਈ ਜਲੰਧਰ 'ਚ ਮਸ਼ੀਨਰੀ ਬਣਾਉਂਦੇ ਹੋ, ਚੱਕ ਕੇ ਪਹਿਲਾਂ ਗੁਜਰਾਤ ਲੈ ਕੇ ਜਾਓ, ਉੱਥੋਂ ਕਿਸ਼ਤੀ ਤੇ ਪਾ ਕੇ ਜੇ ਕਰਾਚੀ ਨਾਲ ਬਣੀ ਹੋਈ ਹੈ ਤਾਂ ਸਿੱਧੀ ਕਰਾਚੀ ਪਹੁੰਚਾ ਦਿੰਦੇ, ਨਹੀਂ ਦੁਬਈ ਜਾਂਦੀ ਹੈ, ਦੁਬਈ ਤੋਂ ਲੱਦ ਕੇ ਦੂਜੀ ਕਿਸ਼ਤੀ 'ਚ ਫੇਰ ਜਾ ਕੇ ਕਰਾਚੀ ਜਾਂਦੀ ਹੈ, ਉੱਥੋਂ ਚੱਕ ਕੇ ਫਿਰ ਵਾਘੇ ਬਾਰਡਰ ਤੇ ਆ ਕੇ ਨਾਲ ਦੇ ਖੇਤ 'ਚ ਤੁਹਾਡੀ ਵਾਹੀ ਹੁੰਦੀ ਹੈ ਉਸ ਮਸ਼ੀਨ ਨਾਲ। ਮੈਨੂੰ ਦੱਸੋ ਜੇ ਸਿੱਧਾ ਵਾਘੇ ਤੋਂ ਬਾਰਡਰ ਆਪਾਂ ਕਰ ਦਈਏ 1% ਇੰਡੀਆ ਦੀ ਇਕਨੋਮੀ ਵਧੂਗੀ। ਪਰ ਇਹ ਸੈਂਟਰਵਾਦੀ ਪਾਰਟੀਆਂ ਦਾ ਕੀ ਮਕਸਦ ਹੈ? ਘੱਟ ਗਿਣਤੀਆਂ ਨੂੰ ਨੀਵਾਂ ਦਿਖਾਓ, ਪਾਕਿਸਤਾਨ ਨਾਲ ਜੰਗ ਦਾ ਮਾਹੌਲ ਬਣਾ ਕੇ ਰਖਾਓ, ਇੱਥੇ ਇਹਨਾਂ ਨੂੰ ਕੁਚਲ ਦਿਓ ਤੇ ਸਾਰੀ ਵੋਟ ਇਕੱਠੀ ਕਰ ਲਓ, ਜਿਵੇਂ ਰਾਜੀਵ ਗਾਂਧੀ ਨੇ 1984 'ਚ ਸਿੱਖਾਂ ਨੂੰ ਕਤਲੇਆਮ ਕਰਕੇ ਉਦੋਂ ਕੀਤਾ ਸੀਗਾ। ਹੁਣ ਮੋਦੀ ਕਦੀ ਪਲਾਮਾ ਜਾ ਕੇ ਬੰਬ ਸੁੱਟਦਾ, ਕਦੀ ਕੁਛ ਕਰਦਾ, ਆਪਸ 'ਚ ਲੜੀ ਜਾਂਦੇ ਆ। ਸਾਡਾ ਨੁਕਸਾਨ ਇਹਨੇ ਤਬਾਹ ਕਰ ਦੇਣਾ ਸਾਨੂੰ। ਹਾਊ ਕੈਨ ਵੀ ਅਫੋਰਡ ਅ ਨਿਊਕਲੀਅਰ ਵਾਰ ਓਵਰ ਹੇਅਰ? ਜਲੰਧਰ ਜਿਮਨੀ ਚੋਣਾਂ 'ਚ ਨੁਮਾਇੰਦਾ ਕੌਣ ਹੋਣ ਵਾਲਾ ਫਿਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ? ਉਹ ਫੈਸਲਾ ਹੋ ਰਿਹਾ, ਆਪਾਂ ਅਨਾਉਂਸ ਕਰ ਦਾਂਗੇ, ਬਿਲਕੁਲ ਖੜਾ ਕਰਾਂਗੇ ਜੀ। ਚੋਣਾਂ ਲੜਨ ਦਾ ਐਲਾਨ ਆ ਪੱਕਾ ਤੁਹਾਡਾ? ਦੇਖੋ ਜੀ, ਜਿਹੜੇ ਫੈਸਲੇ ਹਜੇ ਤੱਕ ਹੋਏ ਆ, ਸਾਡੇ ਕੋਲੇ ਕੋਈ ਚੋਇਸ ਹੀ ਨਹੀਂ ਹੈਗੀ, ਠੀਕ ਹੈ ਨਾ ਜੀ। ਲੋਕੀ ਕਹਿਣਗੇ ਕਿ ਜੇ ਤੁਸੀਂ ਹਾਰ ਗਏ ਜਿੱਤ ਗਏ, ਪਰ ਅਸੀਂ ਕਵਾਂਗੇ ਜੀ ਹੋਰ ਦੱਸੋ ਚੋਇਸ ਕੀ ਹੈ? ਅਸੀਂ ਹੁਣ ਕਾਂਗਰਸ ਨੂੰ ਵੋਟ ਪਾ ਦਈਏ, ਅਸੀਂ ਹੁਣ ਚੱਕ ਕੇ ਬੀਜੇਪੀ ਨੂੰ ਵੋਟ ਪਾ ਦਈਏ, ਆਪ ਨੂੰ ਪਾ ਦਈਏ? ਇਹ ਤਾਂ ਸਾਡੇ ਧਰਮ ਨੂੰ ਸਿਆਣਦੀਆਂ ਹੀ ਨਹੀਂ। ਇਹਨਾਂ ਨੇ ਤਾਂ ਸਾਨੂੰ ਸੰਵਿਧਾਨਿਕ ਤੌਰ ਤੇ ਹਿੰਦੂ ਬਣਾਤਾ ਹੈਗਾ ਜੀ। ਤਾਂ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ। ਤਾਂ ਪੰਜਾਬ ਦੇ ਮੌਜੂਦਾ ਹਾਲਾਤਾਂ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਸਵਾਲ ਕੀਤੇ ਨੇ, ਜਾਣਿਆ ਕਿ ਆਖਰ ਉਹ ਇਸ ਸਮੇਂ ਨੂੰ ਲੈ ਕੇ ਕੀ ਰਣਨੀਤੀ ਤਿਆਰ ਕਰ ਰਹੇ ਨੇ ਤੇ ਜਲੰਧਰ ਜਿਮਨੀ ਚੋਣਾਂ ਦੇ ਲਈ ਕੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਲੜਨ ਵਾਲਾ ਜਾਂ ਨਹੀਂ ਲੜਨ ਵਾਲਾ। ਅਤੇ ਵੱਡਾ ਸਵਾਲ ਜਿਹੜਾ ਇਸ ਵੇਲੇ ਦਾ ਬਣਿਆ ਹੋਇਆ ਸਰਬੱਤ ਖਾਲਸਾ ਦੇ ਉੱਤੇ ਤਾਂ ਸਵਾਲ ਕੀਤੇ ਨੇ, ਜਿਹੜੇ ਲੋਕਾਂ ਦੇ ਸਵਾਲ ਸਨ। ਉਮੀਦ ਕਰਦੇ ਹਾਂ ਕਿ ਤੁਹਾਨੂੰ ਇਸ ਗੱਲਬਾਤ ਦੇ ਵਿੱਚੋਂ ਬਹੁਤ ਗੱਲਾਂ ਜਾਣਨ ਨੂੰ ਮਿਲੀਆਂ ਹੋਣਗੀਆਂ। ਤਾਂ ਹੁਣ ਮੈਨੂੰ ਮਨਦੀਪ ਸਿੰਘ ਨੂੰ ਦਿਓ ਇਜਾਜ਼ਤ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।